ਸਤਨਾਮ ਵਾਹਿਗੁਰੂ ਸਾਹਿਬ ਜੀਓ। ਪ੍ਰਾਨੀ ਰਾਮ ਨਾ ਚਿਤਈ, ਮਦ ਮਾਇਆ ਕੈ ਅੰਧ। ਕਹੋ ਨਾਨਕ ਹਰ ਭਜਨ ਬਿਨ, ਪਰਤ ਤਾਹੇ ਜਮ ਫੰਧ। ਪ੍ਰਾਨੀ ਰਾਮ ਨਾ ਚਿਤਈ, ਮਦ ਮਾਇਆ ਕੈ ਅੰਧ। ਕਹੋ ਨਾਨਕ ਹਰ ਭਜਨ ਬਿਨ, ਪਰਤ ਤਾਹੇ ਜਮ ਫੰਦ। ਸੁਖ ਮੈਂ ਬਹੁ ਸੰਗੀ ਭਏ, ਦੁਖ ਮੈਂ ਸੰਗ ਨ ਕੋਇ। ਕਹੋ ਨਾਨਕ ਹਰ ਭਜ ਮਨਾ, ਅੰਤ ਸਹਾਈ ਹੋਏ। ਸੁਖ ਮੈਂ ਬਹੁ ਸੰਗੀ ਭਏ, ਦੁਖ ਮੈਂ ਸੰਗ ਨ ਕੋਇ। ਕਹੋ ਨਾਨਕ ਹਰ ਭਜ ਮਨਾ, ਅੰਤ ਸਹਾਈ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ, ਦੀਨ ਦੁਨੀਆ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਸੁਭਾਏਮਾਨ ਗੁਰੂ ਰੂਪ ਸਾਧ ਸੰਗਤ ਜੀਓ। ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੇ ਮੁਬਾਰਕ ਰਸਨਾ ਤੋਂ ਉਚਾਰਨ ਕੀਤੇ ਹੋਏ ਸ਼ਲੋਕ 21 ਔਰ 22 ਨੰਬਰ ਇਹ ਸ਼ਲੋਕ ਆਪ ਜੀ ਨੇ ਸਰਵਣ ਕੀਤੇ ਹਨ। 31 ਔਰ 32 ਨੰਬਰ ਸ਼ਲੋਕ ਆਪ ਜੀ ਨੇ ਸਰਵਣ ਕੀਤੇ। ਸਤਿਗੁਰਾਂ ਨੇ ਇਹਨਾਂ ਬਚਨਾਂ ਵਿੱਚ ਜੋ ਕਿਰਪਾ ਕੀਤੀ, ਕਹਿਣ ਲੱਗੇ, ਮਾਇਆ ਦੇ ਨਸ਼ੇ ਵਿੱਚ ਮਨੁੱਖ ਦੀ ਬੁੱਧੀ ਇੰਨੀ ਭ੍ਰਿਸ਼ਟ ਹੋ ਗਈ ਕਿ ਇਹਦੀ ਜ਼ਿੰਦਗੀ ਵਿੱਚ, ਇਹਦੇ ਚੇਤੇ ਵਿੱਚ ਕਦੀ ਰੱਬ ਦਾ ਯਾਦ, ਉਹਦੀ ਯਾਦ ਕਦੀ ਟਿਕਦੀ ਨਹੀਂ। ਇਸ ਤਰ੍ਹਾਂ ਕਹਿੰਦੇ ਯਾਦ ਤੋਂ ਬਿਨਾਂ, ਉਹਦੇ ਚੇਤੇ ਤੋਂ ਬਿਨਾਂ ਫਿਰ ਬੰਦੇ ਨੂੰ ਜਮਾ ਦੀ ਫਾਹੀ ਪੈਂਦੀ ਹੈ। ਸੁੱਖ ਕਰਕੇ ਬੰਦਾ ਰੱਬ ਨੂੰ ਚੇਤੇ ਨਹੀਂ ਕਰਦਾ। ਅੱਜ ਸੁੱਖ ਹੈ, ਸਹੂਲਤ ਹੈ, ਪਰ ਇਹ ਸੁੱਖ ਸਮਾਂ ਪਾ ਕੇ ਜਦੋਂ ਵਿਦਾ ਹੁੰਦੇ ਨੇ, ਕਹਿੰਦੇ ਜਿਹੜੇ ਲੋਕ ਸੁੱਖ ਦੇ ਸਮੇਂ ਸੰਗੀ ਨੇ ਚੌਹਾਂ ਪਾਸਿਓਂ ਘੇਰ ਕੇ ਬੈਠੇ ਰਹਿੰਦੇ ਨੇ, ਉਹ ਵੀ ਉਹਨਾਂ ਚਿਰ ਹੀ ਸੰਗੀ ਬਣੇ ਜਿੰਨਾ ਚਿਰ ਸੁੱਖ ਕੋਲ ਸੀ। ਸੁੱਖ ਗਿਆ ਤੇ ਉਹ ਵੀ ਚਲੇ ਗਏ। ਇਸ ਲਈ ਉਪਦੇਸ਼ ਕਹਿੰਦੇ ਨੇ, ਹੇ ਮੇਰੇ ਮਨ, ਤੂੰ ਉਸ ਰੱਬ ਨੂੰ ਚੇਤੇ ਕਰ, ਉਸ ਨੂੰ ਸਹਾਈ ਬਣਾ, ਉਸ ਨੂੰ ਸੰਗੀ ਬਣਾ, ਜੋ ਕਿ ਤੇਰੇ ਜੀਵਨ ਦੇ ਵਿੱਚ ਹਰ ਇੱਕ ਦੁੱਖ ਸੁੱਖ ਵਿੱਚ ਸਹਾਈ ਹੋ ਸਕੇ, ਸਹਾਰਾ ਬਣ ਸਕੇ। ਇਹਨਾਂ ਸ਼ਲੋਕਾਂ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਦੋ ਤਰ੍ਹਾਂ ਦੇ ਵਿਚਾਰ ਬਹੁਤੇ ਡੂੰਘੇ ਦਿੱਤੇ ਨੇ। ਇੱਕ ਤਾਂ ਹਜ਼ੂਰ ਨੇ ਮਨੁੱਖ ਨੂੰ ਉਸ ਹਾਲਤ ਦੇ ਵਿੱਚ ਖੜੇ ਕਰਨ ਦਾ ਯਤਨ ਕੀਤਾ ਜਿੱਥੇ ਉਹਨੂੰ ਪਤਾ ਲੱਗ ਜਾਏ ਕਿ ਤੇਰਾ ਸੰਗੀ ਕੋਈ ਨਹੀਂ ਹੈ। ਹੁਣ ਸਾਨੂੰ ਇਹ ਅਹਿਸਾਸ ਨਹੀਂ ਹੁੰਦਾ, ਕਿਉਂਕਿ ਸਾਰੇ ਸਾਧਨ, ਸਾਰੇ ਸੁੱਖ, ਕਈ ਪ੍ਰਕਾਰ ਦੇ ਸਹਾਰੇ ਨੇ ਸਾਡੇ ਕੋਲ।
ਬੰਦਾ ਇਸ ਵਿਚਾਰ ਨੂੰ ਮੰਨਣ ਵਾਸਤੇ ਇੰਨੀ ਜਲਦੀ ਕਿੱਥੇ ਤਿਆਰ ਹੋਵੇ ਵੀ ਤੇਰੇ ਨਾਲ ਕੋਈ ਵੀ ਨਹੀਂ ਰੱਬ ਤੋਂ ਬਿਨਾਂ। ਹੈ ਇਹ ਸੱਚਾਈ। ਇਹ ਇੱਕ ਸੱਚ ਹੈ ਕਿ ਜਿਹਨੇ ਸਾਨੂੰ ਸਿਰਜਿਆ, ਜਿਹਨੇ ਸਾਨੂੰ ਬਣਾਇਆ ਹੈ, ਬਸ ਉਹ ਇੱਕੋ ਹੀ ਸਾਡਾ ਸਹਾਇਕ ਹੈ। ਉਹਦੇ ਤੋਂ ਬਿਨਾਂ ਹੋਰ ਕੋਈ ਸਹਾਇਤਾ ਹੀ ਨਹੀਂ ਕਰ ਸਕਦਾ। ਦੂਜੇ ਤੇ ਸਾਰੇ ਖੁਦ ਸਹਾਰਿਆਂ ਤੇ ਖੜੇ ਨੇ, ਉਹਨਾਂ ਦਾ ਤੇ ਆਪਣਾ ਹੀ ਪਤਾ ਨਹੀਂ, ਉਹਨਾਂ ਦਾ ਆਪਣਾ ਹੀ ਕੋਈ ਸਟੈਂਡ ਨਹੀਂ। ਉਹ ਦੂਜੇ ਨੂੰ ਸਾਨੂੰ ਕਿਵੇਂ ਸਹਾਰਾ ਦੇਣਗੇ? ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਨੇ, ਜਿਨ੍ਹਾਂ ਨੇ ਖੁਦ 26-27 ਸਾਲ ਨਿਰੰਤਰ ਇੱਕ ਸਾਧਨਾ ਦੇ ਵਿੱਚ ਲੰਘਾਏ, ਉਸ ਸਾਧਨਾ ਦੇ ਵਿੱਚ ਉਹਨਾਂ ਨੇ ਜੋ ਕੁਝ ਪਾਇਆ, ਜੋ ਕੁਝ ਵੇਖਿਆ, ਉਹ ਤੱਤ ਨਿਕਲਿਆ ਕਿ ਬੰਦਾ ਇਕੱਲਾ ਹੈ। ਇਹ ਉਹਨਾਂ ਦੀ ਸਮਝ ਵਿੱਚ ਆ ਗਿਆ। ਇਹ ਸੱਚਾਈ, ਇਹ ਅਸਲੀਅਤ, ਇਹ ਸੱਚ ਉਹਨਾਂ ਨੂੰ ਸਮਝ ਵਿੱਚ ਆ ਗਿਆ ਕਿ ਮਨੁੱਖ ਇਕੱਲਾ ਹੈ, ਉਹਦੇ ਨਾਲ ਨਿਭਣ ਵਾਲਾ ਕੋਈ ਨਹੀਂ। ਤੇ ਕਿਉਂ ਨਾ ਉਹਦੇ ਜਾਣ ਤੋਂ ਪਹਿਲਾਂ ਉਹਨੂੰ ਇੱਕ ਸਹਾਇਕ ਦੇ ਦਿੱਤਾ ਜਾਏ, ਉਹਨੂੰ ਦੱਸਿਆ ਜਾਏ, ਉਹਨੂੰ ਦੱਸ ਦਿੱਤਾ ਜਾਏ ਕਿ ਤੇਰਾ ਸਹਾਇਕ ਕੋਈ ਨਹੀਂ ਹੋਰ, ਜਿੰਨੇ ਤੇਰਾ ਸਹਾਰਾ ਬਣਨਾ ਤੂੰ ਉਹਨੂੰ ਚੇਤੇ ਕਰ। ਜਿੰਨੀ ਬਾਣੀ ਬਹੁਤੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਹੈ, ਉਹ ਸੰਸਾਰ ਦੇ ਵਿੱਚ ਵਿਚਰਦੇ ਹੋਏ ਬੰਦੇ ਨੂੰ, ਜਿੱਥੇ ਚੌਵਾਂ ਪਾਸੇ ਸਹਾਰਿਆਂ ਦੀ ਭੀੜ ਹੈ, ਮਾਂ ਦਾ ਸਹਾਰਾ ਹੈ, ਪਿਤਾ ਦਾ ਸਹਾਰਾ ਹੈ, ਭਰਾਵਾਂ ਦਾ ਸਹਾਰਾ ਹੈ, ਧਨ ਦਾ ਸਹਾਰਾ ਹੈ, ਹੋਰ ਕਈ ਪ੍ਰਕਾਰ ਦੇ ਸਹਾਰੇ ਇੱਥੇ ਮਿਲ ਜਾਂਦੇ ਨੇ। ਤੇ ਉਹਨਾਂ ਸਹਾਰਿਆਂ ਦੇ ਭਰਮ ਵਿੱਚ ਪੈ ਕੇ ਬੰਦਾ ਕਦੀ ਵੀ ਸੱਚ ਨੂੰ ਚੇਤੇ ਕਰਨ ਵਾਸਤੇ ਤਿਆਰ ਨਹੀਂ ਹੁੰਦਾ। ਇੱਥੇ ਇਹ ਭਰਮ ਬਣਿਆ ਰਹਿੰਦਾ। ਪਰ ਸਤਿਗੁਰਾਂ ਨੇ ਕਿਹਾ ਠੀਕ ਹੈ, ਜਿੰਨਾ ਚਿਰ ਤੇਰਾ ਸਰੀਰ ਲੈਣ ਦੇਣ ਦਾ ਸੰਬੰਧ ਹੈ, ਇੱਥੇ ਪੂਰਬਲੇ ਸੰਜੋਗ ਨੇ, ਇੱਥੇ ਵੀ ਉਹ ਹੀ ਸਹਾਇਕ ਬਣੇ ਜਿਨ੍ਹਾਂ ਨਾਲ ਤੇਰਾ ਕੋਈ ਸੰਜੋਗ ਸੀ, ਦੂਜਾ ਨਹੀਂ। ਸਾਧ ਸੰਗਤ ਤੇ ਵੀ ਖਿਆਲ ਰੱਖਣਾ, ਦੁਨੀਆ ਦੇ ਵਿੱਚ ਜੇ ਸੁੱਖ ਮਿਲਦਾ ਹੈ ਤੇ ਕਿਸੇ ਨਾ ਕਿਸੇ ਸੰਜੋਗ ਕਰਕੇ, ਵੈਸੇ ਕਿਸੇ ਨੂੰ ਕੋਈ ਸੁੱਖ ਨਹੀਂ ਦੇ ਸਕਦਾ। ਦੋ ਤਰ੍ਹਾਂ ਦਾ, ਜਾਂ ਤੇ ਅਸੀਂ ਕਿਸੇ ਤੋਂ ਲੈਣਾ ਸੀ ਤੇ ਸਾਨੂੰ ਵਾਪਸ ਆ ਗਿਆ, ਜਾਂ ਕਿਸੇ ਨੂੰ ਸੁੱਖ ਦਿੱਤਾ ਸੀ ਤੇ ਵਾਪਸ ਆ ਰਿਹਾ। ਜਿਹਨੂੰ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਦਿੱਤਾ ਲਈਐ ਆਪਣਾ, ਅਣ ਦਿੱਤਾ ਕਛ ਹੱਥ ਨਾ ਆਵੇ। ਬਹੁਤੀ ਵਾਰੀ ਤੇ ਇਹ ਹੁੰਦਾ ਹੈ, ਬੰਦੇ ਨੇ ਕੁਝ ਵੰਡਿਆ ਹੁੰਦਾ ਹੈ ਤੇ ਕੁਦਰਤ ਦਾ ਸੁਭਾਅ ਹੈ, ਜੋ ਕੁਦਰਤ ਦੇ ਵਿੱਚ ਵੰਡਾਂਗੇ ਉਹ ਸਾਨੂੰ ਵਾਪਸ ਮਿਲ ਜਾਏ। ਕੁਝ ਵੀ ਵੰਡੀਏ, ਫੁੱਲ ਵੰਡੀਏ ਤੇ ਫੁੱਲ ਮਿਲਦੇ ਨੇ, ਸੁਗੰਧੀ ਵੰਡੀਏ ਤੇ ਸੁਗੰਧੀ ਵਾਪਸ ਮਿਲਦੀ ਹੈ। ਕਿਸੇ ਦਾ ਭਲਾ ਮੰਗੀਏ ਤੇ ਆਪਣਾ ਭਲਾ ਹੁੰਦਾ। ਜੋ ਯਾਨੀ ਕਿ ਇਹਨੂੰ ਗੁਰੂ ਸਾਹਿਬ ਨੇ ਕਿਹਾ ਵੀ ਧਰਤੀ ਹੈ ਇੱਕ ਪ੍ਰਕਾਰ ਦੇ ਨਾਲ, ਜੀਵਨ ਇੱਕ ਜ਼ਮੀਨ ਵਰਗਾ ਹੈ, ਜੀਵਨ ਇੱਕ ਧਰਤੀ ਵਰਗਾ। ਸਾਧ ਸੰਗਤ, ਜੋ ਮੰਗੀਏ, ਜੋ ਇੱਥੇ ਬੀਜੀਏ, ਜਿਵੇਂ ਦਾ ਬੀਜ ਪਾਈਏ, ਉਹਦੇ ਤੋਂ ਵੱਖਰਾ ਕੁਝ ਨਹੀਂ। ਇਹ ਕਦੀ ਨਹੀਂ ਹੋਇਆ ਕਿ ਬੰਦੇ ਨੇ ਬੀਜੇ ਹੋਣ ਕੰਡੇ ਤੇ ਫੁੱਲ ਉੱਗਣਗੇ, ਜਾਂ ਬੀਜੇ ਹੋਣ ਫੁੱਲ ਤੇ ਕੰਡੇ ਉੱਗਣਗੇ। ਹਾਂ, ਇੱਕ ਗੱਲ ਮੈਂ ਬੇਨਤੀ ਕਰਾਂ, ਕਈ ਵਾਰੀ ਇਸ ਤਰ੍ਹਾਂ ਜ਼ਰੂਰ ਹੁੰਦਾ ਹੈ, ਬੀਜ ਖਰਾਬ ਹੋਵੇ ਤੇ ਨਾਲ ਹੋਰ ਕਈ ਚੀਜ਼ਾਂ ਉੱਗ ਪੈਂਦੀਆਂ ਨੇ। ਜਾਂ ਜ਼ਮੀਨ ਦਾ ਸੁਭਾਅ ਹੈ, ਜਦੋਂ ਅਸੀਂ ਫਸਲ ਬੀਜਦੇ ਹਾਂ ਵਿੱਚ ਕਬਾੜ ਵੀ ਜ਼ਰੂਰ ਉੱਗਦਾ ਹੈ। ਕੁਦਰਤ ਦਾ ਨਿਯਮ ਹੈ, ਸਾਰਾ ਬੀਜਿਆ ਹੋਇਆ ਨਹੀਂ ਉੱਗਦਾ। ਕਈ ਵਾਰੀ ਅਸੀਂ ਸਾਫ਼ ਬੀਜ ਪਾਉਂਦੇ ਹਾਂ ਜ਼ਿੰਦਗੀ ਵਿੱਚ, ਸੋਧਿਆ ਹੋਇਆ ਬੀਜ, ਤੇ ਤੁਹਾਨੂੰ ਪਤਾ ਹੈ ਕਿ ਉਸ ਜ਼ਮੀਨ ਦੇ ਵਿੱਚ ਘਾਹ ਆਦਿ ਹੋਰ ਵੀ ਉੱਗ ਪੈਂਦੇ ਨੇ, ਫਿਰ ਉਹਨਾਂ ਨੂੰ ਪੁੱਟਣਾ ਪੈਂਦਾ। ਉਹ ਪੁੱਟਾਂਗੇ ਨਾ ਤੇ ਜਿਹੜਾ ਬੀਜ ਹੈ ਉਹਨੂੰ ਫਲ ਚੰਗਾ ਨਹੀਂ ਲੱਗੇਗਾ, ਉਹਦਾ ਰਸ ਚੂਸ ਜਾਣਗੇ। ਹੋਰ ਵੀ ਹੈ, ਵੇਖੋ, ਅਸੀਂ ਸਤਿਗੁਰੂ ਨੇ ਕਿਹਾ ਅੰਦਰ ਧਰਮ ਬੀਜ। ਹੁਣ ਇੱਕ ਧਰਮੀ ਬੰਦਾ ਜਦੋਂ ਧਰਮ ਬੀਜਦਾ ਤੇ ਉੱਗਦਾ ਵਿੱਚੋਂ ਕਈ ਕੁਝ। ਬੀਜਿਆ ਨਾਮ, ਪੜ੍ਹੀ ਗੁਰਬਾਣੀ, ਤੇ ਧਰਮੀ ਬੰਦਿਆਂ ਦੇ ਵਿੱਚ ਵੀ ਵਾਸ਼ਨਾ ਵੀ ਉੱਗਦੀ ਦਿਸਦੀ ਹੈ, ਕ੍ਰੋਧ ਵੀ ਹੈ, ਲੋਭ ਵੀ, ਹੰਕਾਰ ਵੀ, ਸਾਰਾ ਕੁਝ ਉੱਗਦਾ ਨਾ। ਇਹ ਕਿਉਂ ਉੱਗਦਾ ਹੈ? ਕਿਉਂਕਿ ਇਹ ਬੰਦੇ ਦੇ ਸੁਭਾਅ ਦੇ ਵਿੱਚ ਬੀਜ ਪਏ ਹੋਏ ਨੇ, ਉਹਨਾਂ ਉੱਗਣਾ ਹੀ ਉੱਗਣਾ।
ਬਸ ਸਤਿਗੁਰੂ ਨੇ ਦੱਸਿਆ ਉਹਦੀ ਦਵਾਈ ਹੈ ਸਿਰਫ ਤੇ ਸਿਰਫ ਨਾਮ। ਨਾਮ ਦੁਆਰਾ ਹੀ ਉਹਨਾਂ ਬੀਜਾਂ ਨੂੰ, ਉਸ ਕਬਾੜ ਨੂੰ ਖਤਮ ਕੀਤਾ ਜਾ ਸਕਦਾ ਤੇ ਨਾਮ ਦਾ ਬੀਜ ਉੱਗਦਾ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਖਿਆਲ ਰੱਖ, ਉਹੀ ਮਿਲੇਗਾ ਜੋ ਦਿੱਤਾ ਹੈ। ਦਿੱਤਾ ਲਈਏ ਆਪਣਾ, ਅਣ ਦਿੱਤਾ ਕਛ ਹੱਥ ਨਾ ਆਵੈ। ਜੋ ਤੂੰ ਨਹੀਂ ਦਿੱਤਾ ਉਹ ਤੇਰੇ ਹੱਥਾਂ ਵਿੱਚ ਨਹੀਂ ਆਏਗਾ, ਉਹ ਤੈਨੂੰ ਨਹੀਂ ਮਿਲੇਗਾ। ਤਾਂ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੇ ਸ਼ਲੋਕ ਬੰਦੇ ਦੇ ਇਸ ਭਰਮ ਨੂੰ ਤੋੜਨਾ ਚਾਹੁੰਦੇ ਨੇ, ਜੋ ਉਹ ਭਰਮ ਵਿੱਚ ਪਿਆ ਹੈ ਕਿ ਸੰਸਾਰ ਵਿੱਚ ਮੇਰੇ ਬੜੇ ਸਹਾਰੇ ਨੇ। ਇਹ ਲੈਣ ਦੇਣ ਦਾ ਸੰਬੰਧ ਹੈ। ਪੂਰਬ ਜਨਮ ਕੇ ਮਿਲੇ ਸੰਜੋਗੀ, ਅੰਤੈ ਕੋ ਨਾ ਸਹਾਇਕ। ਤੇ ਇਹ ਵਿਚਾਰ ਹੈ ਨਾ ਕਿ ਸਾਰੇ ਪੂਰਬਲੇ ਪਰਿਵਾਰ ਦੇ ਮੈਂਬਰ ਇਕੱਠੇ ਹੋ ਗਏ, ਪਰ ਮੈਂ ਬੇਨਤੀ ਕਰਾਂ ਕਈ ਵਾਰੀ ਬੰਦੇ ਦੀ ਪ੍ਰਾਲਬਧ ਨਾ ਹੋਵੇ, ਉਹਦੇ ਪੁੱਤਰ ਵੀ ਕੋਲ ਹੋਣ, ਪੋਤਰੇ ਵੀ ਕੋਲ ਹੋਣ। ਤੁਸੀਂ ਵੇਖਿਆ ਹੋਏਗਾ ਵਿਚਾਰਾ ਯਤੀਮ ਹੋਇਆ ਫਿਰਦਾ ਹੈ, ਸਭ ਕੁਝ ਹੈ, ਕਿਉਂ ਨਹੀਂ? ਫਿਰ ਵੀ ਇੱਕ ਆਦਮੀ ਦਾ ਪਰਿਵਾਰ ਵੀ ਨਹੀਂ, ਉਹ ਵੀ ਸਾਧ ਸੰਗਤ ਕਿਸੇ ਆਨੰਦ ਵਿੱਚ। ਇੱਕ ਆਦਮੀ ਦਾ ਪਰਿਵਾਰ ਵੀ ਬੜਾ ਹੈ, ਫਿਰ ਵੀ ਉਹ ਦੁਖੀ ਹੈ, ਫਿਰ ਵੀ ਕਲਪਦਾ। ਕਿਉਂ? ਹਜ਼ੂਰ ਨੇ ਕਿਹਾ ਇੱਕ ਗੱਲ ਖਿਆਲ ਰੱਖੀ, ਆਪਣੀ ਜ਼ਿੰਦਗੀ ਵਿੱਚ ਝਾਤੀ ਮਾਰ, ਕਿਤੇ ਚੰਗਾ ਨਹੀਂ ਕੀਤਾ ਇਹਦਾ ਫਲ ਇਹ ਮਿਲਿਆ ਹੈ, ਵੈਸੇ ਨਹੀਂ ਹੋ ਸਕਦਾ। ਇਹਦਾ ਇਹੀ ਕਾਰਨ ਹੈ, ਹੋਰ ਕੋਈ ਕਾਰਨ ਨਹੀਂ। ਤਾਂ ਸਤਿਗੁਰੂ ਇਹਨਾਂ ਸ਼ਬਦਾਂ ਵਿੱਚ ਜਦੋਂ ਕਹਿੰਦੇ ਨਾ, ਵੇਖ ਇਹ ਜਿੰਨੇ ਸਹਾਰੇ ਨੇ ਹੈਣ ਜ਼ਰੂਰ, ਵਕਤੀ ਨੇ ਸਾਰੇ। ਆ ਰਹਿਰਾਸ ਸਾਹਿਬ ਜੀ ਦੀ ਬਾਣੀ ਵਿੱਚ ਆਪਾਂ ਸੁਣਦੇ ਹਾਂ, ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਨਨ ਪਿਤਾ ਲੋਕ ਸੁਤ ਬਨਤਾ। ਇਹ ਸਾਰੇ ਰਿਸ਼ਤੇ ਨੇ। ਜਨਨ ਦਾ ਅਰਥ ਹੈ ਜਨਨੀ, ਯਾਨੀ ਕਿ ਮਾਂ। ਜਨਨ ਜਿਹਨੇ ਜਨਮ ਦਿੱਤਾ ਹੈ, ਕਿੱਡਾ ਵੱਡਾ ਸਹਾਰਾ ਹੈ। ਜਨਮ ਤੋਂ ਪਹਿਲਾਂ ਹੀ ਉਹਨੇ ਸੰਗ ਦਿੱਤਾ, ਜਨਮ ਤੋਂ ਪਹਿਲਾਂ ਹੀ ਉਹਨੇ ਸਹਾਰਾ ਦਿੱਤਾ। ਜਨਮ ਦੇਣ ਵਾਸਤੇ ਸਰੀਰ ਨੂੰ ਉਸਨੇ ਘੜਿਆ ਆਪਣੇ ਸਰੀਰ ਦੇ ਵਿੱਚੋਂ, ਉਹ ਬੜਾ ਵੱਡਾ ਸਹਾਰਾ ਹੈ। ਸੱਚੇ ਪਾਤਸ਼ਾਹ ਨੇ ਕਿਹਾ ਉਹਨੇ ਫਿਰ ਜਨਮ ਦਿੱਤਾ, ਫਿਰ ਉਹਨੇ ਦੁੱਧ ਚੁੰਘਾਇਆ, ਫਿਰ ਉਹਨੇ ਵੱਡੇ ਕੀਤਾ, ਉਹਨੇ ਪਾਲਿਆ। ਕਹਿਣ ਲੱਗੇ ਪਰ ਇੰਨਾ ਕੰਮ ਕਰਨ ਵਾਲੀ ਮਾਂ ਵੀ ਤੇਰਾ ਸਹਾਰਾ ਨਹੀਂ ਬਣੇਗੀ। ਉਹ ਵੀ ਵਕਤੀ ਤੌਰ 'ਤੇ ਮਾਂ ਹੈ, ਵਕਤੀ ਤੌਰ 'ਤੇ ਤੇਰਾ ਸਹਾਰਾ ਜ਼ਰੂਰ ਹੈ, ਕੋਈ ਸ਼ੱਕ ਨਹੀਂ। ਤੂੰ ਬਿਲਕੁਲ ਇਕੱਲਾ। ਮੈਂ ਸਾਰੀ ਬਾਣੀ ਦੇ ਉੱਤੇ ਇਹ ਬੇਨਤੀ ਤੁਹਾਡੇ ਚਰਨਾਂ ਵਿੱਚ ਕਰਨੀ ਚਾਹੁੰਦਾ। ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਯਤਨ ਹੈ ਕਿ ਬੰਦਾ ਰੱਬ ਨੂੰ ਪਿਆਰ ਤਾਂ ਕਰੇਗਾ ਜੇ ਉਹ ਇਸ ਹਾਲਤ ਵਿੱਚ ਚਲਾ ਜਾਏ ਕਿ ਮੇਰਾ ਜਿਹੜਾ ਇਸ ਸੰਸਾਰ ਵਿੱਚ ਸਹਾਰਾ ਕੋਈ ਨਹੀਂ ਹੈ। ਉਹੀ ਉਹਦਾ ਸਹਾਰਾ ਲਏਗਾ ਜਿਹਨੂੰ ਸਹਾਰਾ ਹੈ, ਜਿਹਦੇ ਕੋਲ ਆਸਰਾ ਹੈ। ਉਹ ਸਾਧ ਸੰਗਤ ਕਿਵੇਂ ਆਸਰਾ ਗੁਰੂ ਦਾ ਲਏਗਾ? ਉਹ ਤੇ ਕਹੇਗਾ ਹੁਣ ਦੋ ਰਸਤੇ ਨੇ, ਖਿਆਲ ਰੱਖਣਾ, ਦੋ ਹੀ ਤਰੀਕੇ ਨੇ। ਜਾਂ ਤੇ ਇੰਨੀ ਗੁਰੂ ਕਿਰਪਾ ਕਰੇ, ਇਹਦਾ ਅਰਥ ਇਹ ਨਾ ਸਮਝਣਾ ਕਿ ਬੰਦੇ ਨੂੰ ਸੰਸਾਰ ਦੇ ਜਿੰਨੇ ਰਿਸ਼ਤੇ ਨੇ, ਜਿੰਨੇ ਸੰਬੰਧ ਨੇ, ਉਹਨਾਂ ਨੂੰ ਛੱਡ ਦੇਣਾ ਚਾਹੀਦਾ। ਗੁਰੂ ਸਾਹਿਬ ਇਹ ਨਹੀਂ ਕਹਿ ਰਹੇ। ਵਾਰ-ਵਾਰ ਬਾਣੀ ਵਿੱਚ ਆਏਗਾ ਨਾ ਕਿ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਹੀਂ ਤੇਰੇ ਨਾਲੇ, ਨਾਲ ਸਾਥ ਤੇਰਾ ਚੱਲੇ ਨਹੀਂ ਤਿਸ ਨਾਲ ਕਿਉਂ ਚਿਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ। ਇਹ ਬਚਨ ਜਦੋਂ ਕੀਤੇ ਤੇ ਇਹਦੇ ਵਿੱਚੋਂ ਕਈ ਵਾਰੀ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਿ ਗੁਰੂ ਸਾਹਿਬ ਤੇ ਬੰਦੇ ਦਾ ਪਰਿਵਾਰ ਹੀ ਛਡਾਉਣਾ ਚਾਹੁੰਦੇ ਨੇ। ਵੀ ਪਰਿਵਾਰ ਛੱਡ, ਸੰਸਾਰ ਛੱਡ, ਦੁਨੀਆ ਛੱਡ ਦੇ, ਨਾਲ ਤੇਰੇ ਨਿਭਣਾ ਨਹੀਂ, ਛਡਾਉਣਾ ਨਹੀਂ ਚਾਹੁੰਦੇ। ਦੋ ਤਰੀਕੇ ਨੇ। ਬੰਦਾ ਸਮਝਦਾ ਤਾਂ ਹੈ ਧਰਮ ਦੇ ਮਾਰਗ ਤੇ ਤਾਂ ਤੁਰੇਗਾ, ਜਾਂ ਤੇ ਸਾਧ ਸੰਗਤ ਧੱਕੇ ਨਾਲ ਵਾਪਰੇ ਹੀ ਇਸ ਤਰ੍ਹਾਂ ਵੀ ਸੰਸਾਰ ਹੀ ਉਹਦੇ ਹੱਥਾਂ ਵਿੱਚੋਂ ਨਿਕਲ ਜਾਏ। ਗਰੀਬੀ ਆ ਗਈ। ਤੁਸੀਂ ਕਈ ਵਾਰੀ ਵੇਖਿਆ ਹੋਵੇਗਾ ਗੁਰੂ ਸਾਹਿਬ ਕਹਿੰਦੇ ਦੁੱਖ ਦਾਰੂ ਸੁਖ ਰੋਗ ਭਇਆ, ਤੇ ਦੁੱਖ ਇੱਕ ਤਰ੍ਹਾਂ ਦਾ ਥੋੜ੍ਹੀ ਹੈ। ਦੁੱਖ ਤਾਂ ਗਰੀਬੀ ਆ ਗਈ, ਗਰੀਬੀ ਦੁੱਖ ਬਣ ਗਈ। ਜੇ ਉੱਥੇ ਧਨ ਹੁੰਦਾ, ਜੇ ਮਾਇਆ ਕੋਲ ਹੁੰਦੀ ਤੇ ਕਿੱਥੇ ਬੰਦੇ ਵਿੱਚ ਨਿਮਰਤਾ ਆਉਣੀ ਸੀ? ਮਾਇਆ ਹੋਵੇ ਕੋਲ
ਸਾਧ ਸੰਗਤ ਬੰਦੇ ਕੋਲ ਮਾਇਆ ਬਹੁਤੀ ਹੋਵੇ ਉਹ ਤੇ ਗੁਰਦੁਆਰੇ ਆਉਣ ਲੱਗਿਆਂ ਚਾਲ ਵੀ ਹੋਰ ਹੁੰਦੀ। ਜੇ ਭੁੱਲ ਭੁਲੇਖੇ ਬੰਦਾ ਆ ਵੀ ਜਾਏ ਉਹਦੇ ਤੁਰਨ ਦਾ ਤਰੀਕਾ ਹੀ ਵੱਖਰਾ ਹੈ। ਫਿਰ ਦੂਜੀ ਗੱਲ, ਜੇ ਕੋਈ ਗਰੀਬ ਇੱਥੇ ਮਿਲ ਜਾਏ ਰਾਹ ਵਿੱਚ ਤੇ ਉਹਦੇ ਮਨ ਵਿੱਚ ਖਿਆਲ ਆਏਗਾ ਇਹ ਤਾਂ ਵਿਚਾਰਾ ਰਹਿੰਦਾ ਤਾਂ ਹੀ ਇੱਥੇ ਘਰ ਵਿੱਚ, ਇਹਦਾ ਅਸਰਾ ਕੋਈ ਨਹੀਂ ਹੈ। ਗੁਰੂ ਅਮਰਦਾਸ ਜੀ ਨੂੰ ਇਹ ਆਮ ਬੰਦੇ ਦੀ ਗੱਲ ਨਹੀਂ, ਅਸੀਂ ਤੇ ਆਮ ਮਨੁੱਖਾਂ ਵਿੱਚ ਆਉਂਦੇ ਹਾਂ। ਇਹ ਗੱਲ ਗੁਰੂ ਅਮਰਦਾਸ ਜੀ ਨੂੰ ਵੀ ਸੁਣਨੀ ਪਈ। ਵੇਖੋ ਇਹ ਜਿਹੜੀ ਵਾਰਤਾ ਹੈ ਗੁਰੂ ਅਮਰਦਾਸ ਜੀ ਨੂੰ ਵੀ ਸੁਣਨੀ ਪਈ। ਜਦੋਂ 60 ਸਾਲ ਦੀ ਉਮਰ ਤੱਕ ਤੇ ਕਰਦੇ ਰਹੇ ਵਪਾਰ, 60 ਸਾਲ ਦੀ ਉਮਰ ਤੱਕ ਉਹਨਾਂ ਨੇ ਰੇਸ਼ਮ ਦਾ ਵਪਾਰ ਕੀਤਾ, ਘਰ ਦਾ ਕੰਮ ਕੀਤਾ, ਪਰਿਵਾਰ ਨੂੰ ਪਾਲਿਆ ਤੇ 60 ਸਾਲ ਦੀ ਉਮਰ ਵਿੱਚ ਵਿਰਾਗ ਦਾ ਇੱਕ ਝਟਕਾ ਲੱਗਾ, ਛੱਡਿਆ ਸੰਸਾਰ ਤੇ ਗੁਰੂ ਅੰਗਦ ਦੇਵ ਜੀ ਦੇ ਸ਼ਰਨ ਵਿੱਚ ਆ ਗਏ। ਗੁਰੂ ਅੰਗਦ ਦੇਵ ਜੀ ਦੇ ਇੱਕ ਕੁੜਮ ਲੱਗਦੇ ਸਨ, ਰਿਸ਼ਤੇ ਵਿੱਚ ਕੁੜਮਾਚਾਰੀ ਸੀ, ਰਿਸ਼ਤੇਦਾਰੀ ਸੀ। ਤੇ ਗੁਰੂ ਅੰਗਦ ਦੇਵ ਜੀ ਨੂੰ ਬੇਨਤੀ ਕੀਤੀ, ਮਹਾਰਾਜ ਸੰਸਾਰ ਬੜਾ ਵੇਖ ਲਿਆ ਪਰ ਮੇਰੇ ਵਿੱਚ ਮਨ ਦੇ ਵਿੱਚ ਇੱਕ ਇੱਛਾ ਹੈ, 4 ਦਿਨ ਰੱਬ ਨੂੰ ਚੇਤੇ ਕਰ ਲਈਏ, ਕੋਈ ਜੀਵਨ ਸਫਲ ਹੋ ਜਾਏ। ਹਜ਼ੂਰ ਨੇ ਕਿਹਾ ਸੇਵਾ ਕਰਿਆ ਕਰੋ। 12 ਸਾਲ ਸੇਵਾ ਕਰਦੇ ਰਹੇ, 60 ਤੋਂ ਲੈ ਕੇ 72 ਸਾਲ ਤੱਕ 12 ਸਾਲ ਤੱਕ ਸੇਵਾ ਕੀਤੀ। ਤੇ ਇਤਿਹਾਸ ਵਿੱਚ ਕਿਤੇ ਕਿਤੇ ਮਿਲਦਾ ਉਹ ਸੇਵਾ ਕਰਦਿਆਂ ਜਦੋਂ ਉਹਨਾਂ ਨੇ ਤੁਰੇ ਫਿਰਨਾ ਨਾ, ਪਾਣੀ ਢੋਣਾ, ਸੇਵਾ ਕਰਨੀ, ਨੰਗੇ ਪੈਰੀ ਤੁਰਨਾ, ਕੱਪੜੇ ਪੁਰਾਣੇ ਹੋ ਜਾਣੇ ਕਈ ਵਾਰੀ। ਤੇ ਉੱਥੇ ਕਈ ਲੋਕ ਕਦੀ ਆਉਂਦੇ ਸਨ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨ। ਸਾਰੀ ਤਰ੍ਹਾਂ ਦੇ ਲੋਕ ਆਉਂਦੇ ਨੇ, ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕਰਨ ਆਉਂਦੇ ਸਨ। ਤੇ ਉਹਨਾਂ ਨੇ ਵਿੱਚੋਂ ਪਹਿਚਾਣ ਕੇ ਨਾ ਇੱਕ ਨੇ ਪੁੱਛਣਾ ਇਹ ਬਜ਼ੁਰਗ ਕੌਣ ਹੈ? ਵਿਚਾਰਾ ਨੰਗੀ ਪੈਰੀ ਤੁਰਿਆ ਫਿਰਦਾ, ਕੱਪੜੇ ਪੁਰਾਣੇ ਹੋ ਗਏ ਨੇ, ਇਹ ਕੌਣ ਹੈ? ਤੇ ਦੂਜੇ ਕਿਸੇ ਨੇ ਕਹਿਣਾ ਕਿਉਂਕਿ ਸੰਸਾਰ ਦੂਜਿਆਂ ਦਾ ਧਿਆਨ ਜ਼ਿਆਦਾ ਰੱਖਦਾ ਹੈ, ਆਪਣਾ ਘੱਟ ਰੱਖਦਾ ਹੈ। ਇਹ ਬੜੀ ਵੱਡੀ ਕਮਜ਼ੋਰੀ ਹੈ। ਸੰਸਾਰ ਦੇ ਲੋਕ ਦੂਜਿਆਂ ਵੱਲ ਬਹੁਤਾ ਵਹਿੰਦੇ ਨੇ, ਉਹ ਕਿੱਥੋਂ ਆਉਂਦੇ ਨੇ, ਕਿੱਥੇ ਜਾਂਦੇ ਨੇ, ਕੀ ਕਰਦੇ ਨੇ, ਕੀ ਹੈ ਕੀ ਨਹੀਂ, ਦੂਜਿਆਂ ਨੂੰ ਕਹਿਣਗੇ ਪਰ ਉਹਨਾਂ ਨੂੰ ਆਪਣਾ ਪਤਾ ਨਹੀਂ ਲੱਗਦਾ ਵੀ ਅਸੀਂ ਕਿੱਥੋਂ ਆਏ ਹਾਂ ਤੇ ਅਸੀਂ ਕੀ ਪੈ ਕਰਨੇ ਆ। ਆਦਤ ਹੁੰਦੀ। ਉੱਥੇ ਵੀ ਇਸ ਤਰ੍ਹਾਂ ਦੇ ਲੋਕ ਮਿਲੇ ਜਿਨ੍ਹਾਂ ਨੇ ਇਹ ਕਿਹਾ ਵੀ ਇਹ ਕੌਣ ਹੈ ਬਜ਼ੁਰਗ, ਬੜਾ ਤੁਰਿਆ ਫਿਰਦਾ। ਦੂਸਰੇ ਨੇ ਕਿਹਾ ਇਹ ਕੌਣ ਹੈ? ਤੇ ਗੁਰੂ ਅੰਗਦ ਦੇਵ ਜੀ ਦਾ ਕੁੜਮ ਹੈ। ਗੁਰੂ ਅੰਗਦ ਦੇਵ ਜੀ ਦੀ ਕੁੜਮਾਚਾਰੀ ਵਿੱਚੋਂ ਇੱਥੇ ਕੀ ਕਰਦਾ ਹੈ? ਤੇ ਕਹਿਣ ਵਾਲਿਆਂ ਨੇ ਇੱਥੋਂ ਤੱਕ ਵੀ ਕਹਿ ਦਿੱਤਾ ਸੀ, ਘਰਦਿਆਂ ਨੇ ਜਿੰਨਾ ਚਿਰ ਕੰਮ ਕਰਨ ਜੋਗਾ ਸੀ ਘਰ ਰੱਖਿਆ ਹੈ, ਹੁਣ ਬਜ਼ੁਰਗ ਹੋ ਗਿਆ, ਹੁਣ ਉਹਨਾਂ ਨੇ ਗੁਰੂ ਕੋਲ ਭੇਜ ਦਿੱਤਾ ਹੈ। ਉਹਨਾਂ ਨੇ ਕਹਿ ਦਿੱਤਾ ਹੁਣ ਕੰਮ ਕਰਨ ਜੋਗਾ ਨਹੀਂ ਰਿਹਾ, ਇੱਥੇ ਭੇਜ ਦਿੱਤਾ, ਬਜ਼ੁਰਗ ਹੋ ਗਿਆ। ਇਹ ਗੱਲ ਕਹਿ ਦਿੱਤੀ। ਸਾਧ ਸੰਗਤ ਮੈਂ ਬੇਨਤੀ ਕਰ ਰਿਹਾ ਸਾਂ, ਇਹ ਬਿਰਤੀ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ, ਮਾਇਆ ਬਹੁਤੀ ਹੋਵੇ ਤੇ ਬੰਦੇ ਦਾ ਗਿਆਨ ਵੀ ਹੋਰ ਤਰ੍ਹਾਂ ਦਾ ਹੋ ਜਾਂਦਾ। ਉਹਦਾ ਗਿਆਨ ਉਹ ਧਾਰਮਿਕ ਥਾਂ ਤੇ ਵੀ ਆ ਕੇ ਵੀ ਆਪਣੀ ਮਾਇਆ ਦਾ ਮਦ ਅੰਦਰੋਂ ਛੱਡਦਾ ਨਹੀਂ। ਔਰ ਉਹਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਅੱਜ ਕਹਿ ਰਹੇ ਨੇ, ਪ੍ਰਾਣੀ ਰਾਮ ਨਾ ਚੇਤਈ ਮਦ ਮਾਇਆ ਕੈ ਅੰਧ। ਮਦ ਕਹਿੰਦੇ ਨੇ ਨਸ਼ੇ ਨੂੰ। ਕਹਿੰਦੇ ਜਿਹੜੇ ਬੰਦੇ ਨੂੰ ਮਾਇਆ ਦਾ ਨਸ਼ਾ ਚੜ੍ਹ ਗਿਆ ਨਾ, ਇੱਕ ਤੇ ਸ਼ਰਾਬ ਦਾ ਨਸ਼ਾ ਹੈ ਨਾ, ਇੱਕ ਮਾਇਆ ਦਾ ਨਸ਼ਾ ਹੈ। ਜਿਹਨੂੰ ਮਾਇਆ ਦਾ ਨਸ਼ਾ ਚੜ੍ਹ ਗਿਆ, ਕਹਿੰਦੇ ਉਹ ਇਸ ਤਰ੍ਹਾਂ ਹੋ ਗਿਆ ਜਿਵੇਂ ਆਪਾਂ ਕਹਿੰਦੇ ਹਾਂ ਫਲਾਣਾ ਬੰਦਾ ਸ਼ਰਾਬ ਪੀ ਕੇ ਅੰਨਾ ਹੋ ਗਿਆ, ਡਿੱਗਦਾ ਫਿਰਦਾ ਹੈ, ਡੋਲਦਾ ਫਿਰਦਾ ਹੈ, ਕਦੀ ਕਿਤੇ ਵੱਜਦਾ, ਕਦੀ ਕਿਤੇ ਵੱਜਦਾ। ਇਹ ਕਹਿੰਦੇ ਮਾਇਆ ਦਾ ਨਸ਼ਾ ਵੀ ਇੱਕ ਸ਼ਰਾਬ ਦੇ ਨਸ਼ੇ ਵਰਗਾ ਹੈ। ਇਹਦੇ ਵਿੱਚ ਜਦੋਂ ਜਿਹਨੂੰ ਇਹ ਨਸ਼ਾ ਚੜ੍ਹ ਜਾਏ ਮਾਇਆ ਦਾ, ਸਭ ਤੋਂ ਪਹਿਲਾਂ ਕੀ ਵਾਪਰਦਾ ਹੈ? ਉਸ ਬੰਦੇ ਦੀ ਬੁੱਧੀ ਦੀਆਂ ਅੱਖਾਂ ਬੰਦ ਹੋ ਜਾਂਦੀਆਂ ਨੇ, ਬੁੱਧੀ ਕੰਮ ਕਰਨਾ ਛੱਡ ਜਾਂਦੀ ਹੈ, ਉਹਦੀ ਸੋਚ, ਉਹਦਾ ਚਿੰਤਨ, ਇਹ ਸਾਰਾ ਕੁਝ ਗਿਆ, ਸੋਚ ਨਹੀਂ ਸਕੇਗਾ। ਨਾ ਉਹਦੀਆਂ ਅੱਖਾਂ ਤੋਂ ਉਹਨੂੰ ਦਿਸਦਾ ਜ਼ਰੂਰ ਹੈ ਪਰ ਉੱਥੇ ਦਿਸਣ ਦਾ ਮਤਲਬ ਉਹਦੀ ਦ੍ਰਿਸ਼ਟੀ ਜਿਹੜੀ ਭ੍ਰਸ਼ਟ ਹੋ ਜਾਂਦੀ ਹੈ। ਦ੍ਰਿਸ਼ਟੀ ਭ੍ਰਸ਼ਟ ਹੋ ਜਾਣੀ, ਦ੍ਰਿਸ਼ਟੀ ਦਾ ਮਤਲਬ ਸੋਚ ਭ੍ਰਸ਼ਟ ਹੋ ਜਾਣੀ। ਸੋਚਣ ਦਾ ਤਰੀਕਾ, ਜਿਵੇਂ ਮੈਂ ਹੁਣ ਕਿਹਾ, ਉਹਨਾਂ ਲੋਕਾਂ ਦੀ ਦ੍ਰਿਸ਼ਟੀ ਕਿੰਨੀ ਭ੍ਰਸ਼ਟ ਹੋਈ ਹੋਵੇਗੀ ਜਿਨ੍ਹਾਂ ਨੇ ਗੁਰੂ ਅਮਰਦਾਸ ਜੀ ਨੂੰ ਕਿਹਾ ਵੀ ਘਰ ਕੰਮ ਨਹੀਂ ਤਾਂ ਇੱਥੇ ਭੇਜ ਦਿੱਤਾ। ਗੁਰੂ ਅੰਗਦ ਦੇਵ ਜੀ ਉਦੋਂ ਮੌਜੂਦ ਸਨ, ਉੱਥੇ ਸਨ।
ਪਰ ਜਦੋਂ ਮਾਇਆ ਦਾ ਨਸ਼ਾ ਚੜ੍ਹਦਾ ਹੈ, ਇਸ ਲਈ ਕਹਿ ਰਿਹਾ ਸੀ ਦੁੱਖ ਦੋ ਤਰੀਕੇ ਨੇ, ਜਾਂ ਤੇ ਬੰਦੇ ਕੋਲ ਸੁੱਖ ਹੋਵੇ ਤੇ ਸੁੱਖ ਦੇ ਵਿੱਚ ਬੰਦਾ ਜਾਗ ਪਵੇ, ਫਿਰ ਗਲਤ ਨਹੀਂ। ਜੇ ਜਾਗ ਪਵੇ ਫਿਰ ਸੁੱਖ ਰਹਿੰਦਿਆਂ ਵੀ ਚੇਤੇ ਕਰ ਸਕਦਾ ਹੈ, ਤੇ ਜੇ ਸੌਂ ਗਿਆ ਫਿਰ ਹੋਰ ਕੋਈ ਤਰੀਕਾ ਨਹੀਂ, ਫਿਰ ਉਹਨੂੰ ਦੁੱਖ ਹੀ ਜਗਾ ਰੱਬ ਵੱਲ ਜੋੜ ਸਕਦਾ। ਦੋ ਹੀ ਤਰੀਕੇ ਨੇ। ਆ ਬਚਨ ਹੈ ਦੁੱਖ ਦਾਰੂ ਸੁਖ ਰੋਗ ਭਇਆ। ਜਦੋਂ ਇਹ ਬਚਨ ਕੀਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ, ਮਰਦਾਨਿਆਂ ਆਮ ਤੌਰ 'ਤੇ 99% ਲੋਕ ਕਿਸੇ ਨਾ ਕਿਸੇ ਦੁੱਖ ਤੋਂ ਪੀੜਿਤ ਹੋ ਕੇ ਰੱਬ ਨੂੰ ਯਾਦ ਕਰਦੇ ਨੇ। ਵੈਸੇ ਕੌਣ ਕਰੇ, ਤੇ ਦੁੱਖ ਕਈ ਤਰ੍ਹਾਂ ਦਾ। ਗਰੀਬੀ ਦਾ ਦੁੱਖ ਇੱਕ, ਕੋਲ ਮਾਇਆ ਨਹੀਂ, ਚਿੰਤਾ ਲੱਗੀ ਰਹਿੰਦੀ। ਮਾਇਆ ਦਾ ਦੁੱਖ, ਪਰਿਵਾਰ ਦੇ ਕਿਸੇ ਮੈਂਬਰ ਨਜ਼ਦੀਕੀ ਵੱਲੋਂ ਦਿੱਤਾ ਹੋਇਆ ਦੁੱਖ, ਇਹ ਵੀ ਇੱਧਰ ਨੂੰ ਧੱਕਦਾ ਬੰਦੇ ਨੂੰ ਰੱਬ ਦੇ ਪਿਆਰ ਵੱਲ, ਮਜਬੂਰਨ ਉਹਨੂੰ ਮਜਬੂਰ ਕਰ ਦਿੰਦਾ ਝੁਕਣ ਵਾਸਤੇ। ਸਤਾਇਆ ਹੋਇਆ ਹੈ ਸੰਸਾਰ ਵੱਲੋਂ, ਇਸ ਕਰਕੇ ਇੱਧਰ ਤੁਰੇਗਾ। ਮਾਇਆ ਦਾ ਦੁੱਖ, ਸੰਸਾਰ ਵੱਲੋਂ ਕੀਤੇ ਹੋਏ ਤਿਰਸਕਾਰ, ਬੇਇੱਜ਼ਤੀ ਦਾ ਦੁੱਖ, ਕੋਈ ਨਾ ਕੋਈ ਸਰੀਰਕ ਦੁੱਖ ਉਹਨੂੰ ਮਨਾਉਂਦਾ ਹੈ, ਸਰੀਰਕ ਰੋਗ ਉਹਨੂੰ ਮਨਾਉਂਦਾ। ਸਾਰੇ ਦੁੱਖ ਨੇ। ਜਾਂ ਫਿਰ ਸਾਧ ਸੰਗਤ ਉਹਨੂੰ ਦੁੱਖ ਕੋਈ ਨਾ ਕੋਈ ਮਾਨਸਿਕ ਤੌਰ 'ਤੇ ਹੈ, ਉਹ ਵੀ ਉਹਨੂੰ ਗੁਰੂ ਵੱਲ ਜੋੜਨ ਦਾ ਵਸੀਲਾ ਬਣਦਾ। ਇਹ ਕਈ ਦੁੱਖ ਨੇ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਕਿਹਾ ਇੱਕ ਵਿਛੋੜਾ। ਫਿਰ ਇੱਕ ਹੋਰ ਬੜਾ ਵੱਡਾ ਦੁੱਖ ਹੈ, ਇੱਕ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਫਿਰ ਮੌਤ ਦਾ ਦੁੱਖ ਜਿਹਨੂੰ ਦਿਸ ਪਿਆ। ਜੇ ਮੌਤ ਸਾਹਮਣੇ ਆ ਗਈ ਤੇ ਤਾਂ ਵੀ ਉਹ ਦੁੱਖ ਵੀ ਮਜਬੂਰ ਕਰੇਗਾ। ਹੁਣ ਇਹ ਤੇ ਦੁੱਖ ਤੋਂ ਪ੍ਰਭਾਵਿਤ ਹੋ ਕੇ ਜੁੜਿਆ ਮਨੁੱਖ ਹੈ, ਵੈਰਾਗੀ ਹੋ ਗਿਆ। ਇੱਕ ਦੂਜੇ ਨੇ ਜਦੋਂ ਗੁਰੂ ਸਾਹਿਬ ਨੇ ਕਿਹਾ ਨਾ ਵੀ ਦੁੱਖ ਦਾਰੂ ਮਰਦਾਨਿਆਂ, ਦੁੱਖ ਆਵੇ ਤੇ ਬੰਦਾ ਜੁੜੇਗਾ, ਨਹੀਂ ਤੇ ਸੌਂ ਜਾਏਗਾ। ਤੇ ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਫਿਰ ਇਹਦਾ ਮਤਲਬ ਤਾਂ ਇਹ ਹੋਇਆ ਵੀ ਜਿੰਨੇ ਧਰਮੀ ਬੰਦੇ ਨੇ ਪਹਿਲਾਂ ਦੁਖੀ ਹੋਣਗੇ ਫਿਰ ਧਰਮੀ ਹੋਣਗੇ। ਕਹਿਣ ਲੱਗੇ ਹਾਂ ਮਰਦਾਨਿਆਂ ਮਜਬੂਰੀ ਹੈ, ਹੋਰ ਕਰੀਏ ਕੀ, ਬੰਦਾ ਸਿੱਧੇ ਰਾਹ ਤੇ ਤੁਰਦਾ ਹੀ ਨਹੀਂ, ਰਾਹ ਹੈ ਹੀ ਕੋਈ ਨਹੀਂ। ਫਿਰ ਭਾਈ ਮਰਦਾਨਾ ਜੀ ਬੇਨਤੀ ਕਰਦੇ ਮਹਾਰਾਜ ਕੋਈ ਇਸ ਤਰ੍ਹਾਂ ਦਾ ਵੀ ਤਰੀਕਾ ਹੈ ਵੀ ਸੁੱਖ ਵਿੱਚ ਵੀ ਬੰਦਾ ਯਾਦ ਕਰੇ। ਕਹਿਣ ਲੱਗੇ ਹੈ ਜ਼ਰੂਰ। ਜ਼ਰੂਰਤ ਨਹੀਂ ਕਿ ਬੰਦਾ ਦੁਖੀ ਹੋਵੇ ਤੇ ਤਾਂ ਹੀ ਰੱਬ ਨੂੰ ਚੇਤੇ ਕਰੇ, ਪਰ ਹੁੰਦਾ ਨਹੀਂ ਇਸ ਤਰ੍ਹਾਂ। ਫਿਰ ਕਿਵੇਂ ਹੋ ਸਕਦਾ? ਕਹਿੰਦੇ ਜਾਂ ਸੁੱਖ, ਜੇ ਬੰਦੇ ਕੋਲ ਸਾਰੇ ਸੁੱਖ ਹੋਣ, ਧਨ ਬਥੇਰਾ ਹੋਵੇ, ਨਾ ਧਨ ਦੀ ਕਮੀ, ਨਾ ਧਾਮ ਦੀ ਕਮੀ, ਨਾ ਨਾਮ ਦੀ ਕਮੀ, ਇਹ ਤਿੰਨ ਚੀਜ਼ਾਂ ਉਹਦੇ ਕੋਲ ਹੋਣ। ਧਨ ਬਹੁਤ ਹੈ, ਮਾਇਆ ਦੀ ਕਮੀ ਨਹੀਂ। ਧਾਮ ਦਾ ਅਰਥ ਹੈ ਰਹਿਣ ਸਹਿਣ ਚੰਗਾ ਹੈ, ਖਾਣ ਪੀਣ ਚੰਗਾ ਹੈ। ਧਨ, ਧਾਮ ਤੇ ਨਾਮ, ਨਾਮ ਦਾ ਅਰਥ ਹੈ ਉਹਦਾ ਨਾਮ ਹੀ ਵੱਜਦਾ ਸੰਸਾਰ ਵਿੱਚ, ਲੋਕ ਜਾਣਦੇ ਵੀ ਨੇ। ਤਿੰਨੇ ਚੀਜ਼ਾਂ ਹੈਣ, ਸਰੀਰ ਵੀ ਤੰਦਰੁਸਤ ਹੈ, ਰੋਗ ਵੀ ਕੋਈ ਨਹੀਂ, ਸਭ ਕੁਝ ਹੈ, ਕਿਸੇ ਪ੍ਰਕਾਰ ਦਾ ਦੁੱਖ ਨਹੀਂ। ਸਾਰੀਆਂ ਦਾਤਾਂ ਰੱਬ ਨੇ ਦਿੱਤੀਆਂ ਨੇ, ਤੇ ਉਹ ਦਾਤਾਂ ਪ੍ਰਾਪਤ ਕਰਕੇ ਜਾਂ ਸੁਖ ਤਾਮ ਨਾ ਹੋਈ, ਜੇ ਬੰਦਾ ਉਹਨਾਂ ਦੇ ਨਾਲ ਚੰਬੜਿਆ ਹੋਇਆ ਨਹੀਂ, ਉਹਨਾਂ ਨੂੰ ਹੁੰਦਿਆਂ ਵੀ ਇੰਜ ਸਮਝਦਾ ਕਿ ਮੇਰੀਆਂ ਨਹੀਂ, ਉਹ ਬੰਦਾ ਵੀ ਰੱਬ ਨੂੰ ਚੇਤੇ ਕਰ ਸਕਦਾ ਹੈ। ਬਸ ਇਹ ਦੋ ਦਿਸ਼ਾਵਾਂ ਨੇ ਕਿ ਬੰਦੇ ਦੇ ਕੋਲ ਹੋਵੇ ਤੇ ਉਹਨੂੰ ਆਪਣਾ ਨਾ ਸਮਝੇ, ਉਹ ਵੀ ਆਦਮੀ ਰੱਬ ਨੂੰ ਚੇਤੇ ਕਰ ਸਕਦਾ, ਪਰ ਉਹ ਬੜੇ ਘੱਟ ਹੁੰਦੇ ਨੇ। ਹੋਵੇ ਕੋਲ ਤੇ ਉਹਦੇ ਨਾਲ ਫਿਰ ਖਿੱਚ ਨਾ ਹੋਵੇ, ਕਿਵੇਂ ਹੋਵੇਗਾ? ਬੜੀ ਮੁਸ਼ਕਲ ਹੈ, ਬਹੁਤ ਮੁਸ਼ਕਲ ਹੈ ਘਟਨਾ। ਪਰ ਹੋ ਸਕਦਾ ਸੁਖੀ ਵੀ ਧਰਮੀ ਹੈ, ਸੁਖੀ ਆਦਮੀ ਵੀ ਧਰਮ ਕਮਾ ਸਕਦਾ, ਪਰ ਉਹ ਕੌਣ ਹੋਵੇਗਾ? ਜਨਕ। ਉਹ ਜਨਕ ਕਿਵੇਂ ਹੋਵੇਗਾ? ਉਹ ਕੌਣ ਹੋਵੇਗਾ? ਉਸ ਫਕੀਰ ਵਰਗਾ, ਜਿਸ ਫਕੀਰ ਨੇ ਆਪਣੇ ਸਿਰ ਦੇ ਉੱਤੇ ਕੂੜੇ ਦਾ ਟੋਕਰਾ ਸਟਵਾ ਲਿਆ ਸੀ, ਪਰ ਅੱਗੋਂ ਫਿਰ ਵੀ ਕੋਈ ਵਚਨ ਨਹੀਂ ਸਨ ਬੋਲੇ। ਉਹ ਕੌਣ ਹੋਵੇਗਾ? ਇਸ ਤਰ੍ਹਾਂ ਦਾ ਕੋਈ ਹੋਵੇ, ਇੰਨਾ ਨਿਮਰਤਾਵਾਨ, ਇੰਨਾ ਨਿਮਰਤਾਵਾਨ। ਇੱਕ ਕਿਸੇ ਗ੍ਰਸਤੀ ਫਕੀਰ ਦਾ ਜ਼ਿਕਰ ਆਉਂਦਾ ਹੈ ਕਿ ਉਹਨੂੰ ਘਰ ਵਿੱਚੋਂ ਹਰ ਰੋਜ਼, ਕਿਉਂਕਿ ਮੇਲ ਨਹੀਂ ਹੁੰਦਾ, ਧਰਮੀ ਬੰਦੇ ਦੇ ਵਿਚਾਰ ਹੋਰ ਨੇ, ਸੰਸਾਰੀ ਦੇ ਵਿਚਾਰ ਵੱਖਰੇ ਨੇ,
ਦੋਵਾਂ ਦਾ ਜੋੜ ਨਹੀਂ ਬਹਿੰਦਾ। ਘਰ ਵਾਲੀ ਸੰਸਾਰੀ ਬਿਰਤੀ ਵਾਲੀ, ਉਹ ਫਕੀਰ ਹੈ। ਜਦੋਂ ਕਿਤੇ ਆਉਂਦਾ ਹੈ ਤੇ ਦੇਰ ਹੋ ਜਾਂਦੀ, ਕਿਤੇ ਨਾ ਕਿਤੇ ਧਰਮ ਦੀ ਗੱਲ ਕਰਦਾ ਹੈ, ਕਿਤੇ ਸੁਣਦਾ ਹੈ, ਜਾਂ ਘਰ ਆਇਆ ਤੇ ਫਿਰ ਉਹ ਕਿਤੇ ਸਿਮਰਨ ਵਿੱਚ ਬਹਿੰਦਾ, ਤਾਂ ਉੱਥੇ ਮੇਲ ਨਹੀਂ ਹੁੰਦਾ। ਉਹਦੀ ਬਿਰਤੀ ਸੰਸਾਰੀ, ਉਹ ਚਰਮ ਦ੍ਰਿਸ਼ਟੀ ਵਿੱਚ, ਤੇ ਪਤੀ ਜਿਹੜਾ ਉਹ ਧਰਮ ਦ੍ਰਿਸ਼ਟੀ ਵਿੱਚ, ਦੋਵਾਂ ਦਾ ਜੋੜ ਨਹੀਂ ਹੁੰਦਾ। ਉੱਥੇ ਕੀ ਵਾਪਰਦਾ ਹੈ? ਹਰ ਰੋਜ਼ ਝਗੜਾ, ਹਰ ਰੋਜ਼ ਕਲ ਕਲੇਸ਼। ਪਰ ਉਸ ਫਕੀਰ ਤੇ ਐਸੀ ਦਸ਼ਾ ਬਣ ਗਈ, ਉਹਨੂੰ ਸ਼ਬਦਾਂ ਅਪਸ਼ਬਦਾਂ ਦਾ ਕੋਈ ਅਸਰ ਨਹੀਂ ਹੁੰਦਾ, ਸ਼ਾਂਤ ਰਹਿਣ ਲੱਗ ਪਿਆ। ਇਹ ਵੀ ਇੱਕ ਸਾਧ ਸੰਗਤ ਬੜਾ ਵੱਡਾ ਟੈਸਟ ਹੈ ਬੰਦੇ ਦਾ, ਕਿ ਉਹ ਕਿੰਨੀ ਮੁਸੀਬਤ ਦੇ ਵਿੱਚ ਆਪਣੀ ਹਾਲਾਤ ਨੂੰ ਸਥਿਰ ਰੱਖ ਸਕਦਾ ਹੈ। ਤਾਂ ਪਤਾ ਲੱਗੇਗਾ ਅਸੀਂ ਧਰਮੀ ਬਣਿਆ, ਵੈਸੇ ਨਹੀਂ। ਇਹ ਤਾਂ ਸਾਧ ਸੰਗਤ ਹਾਲਾਤਾਂ ਠੀਕ ਰਹਿੰਦੀਆਂ ਨੇ, ਅਸੀਂ ਕਹਿੰਦੇ ਹਾਂ ਕਿ ਹਾਲਾਤਾਂ ਰਹਿਣ ਠੀਕ ਅਤੇ ਅਸੀਂ ਧਰਮੇ ਬਣੇ ਰਹੀਏ। ਖਿਆਲ ਰੱਖਣਾ, ਹਾਲਾਤ ਬਿਲਕੁਲ ਠੀਕ ਰਵੇ, ਦੁੱਖ ਕੋਈ ਨਾ ਆਵੇ, ਤੇ ਅਸੀਂ ਕਹਿੰਦੇ ਹਾਂ ਵੀ ਠੀਕ ਚੱਲਦਾ, ਪਰ ਪਤਾ ਨਹੀਂ। ਪਤਾ ਤੇ ਉਦਣ ਲੱਗਣਾ ਨਾ ਸਾਧ ਸੰਗਤ, ਜਿੱਦਣ ਖਿੱਚ ਪਵੇ ਕਿਸੇ ਪਾਸੇ, ਫਿਰ ਪਤਾ ਲੱਗੇ ਵੀ ਅੰਦਰ ਕੁਝ ਟਿਕਿਆ ਕਿ ਨਹੀਂ। ਤੁਸੀਂ ਵੇਖਿਆ ਹੋਣਾ, ਜਦੋਂ ਕੋਈ ਵੀ ਮਸ਼ੀਨਰੀ ਤਿਆਰ ਹੁੰਦੀ ਹੈ, ਫਿਰ ਉਹਨੂੰ ਵਾਹ ਕੇ ਬਹਿੰਦੇ, ਟਰੈਕਟਰ ਵਾਹ ਕੇ ਬਹਿੰਦੇ ਵੀ ਕਿੰਨਾ ਕੁ ਖਿੱਚ ਸਕਦਾ। ਜੇ ਉਹ ਸ਼ੋਰੂਮ ਵਿੱਚ ਹੀ ਖੜਾ ਰਿਹਾ ਤੇ ਉਹਦੇ ਕੀ ਅਰਥ ਨੇ? ਸ਼ੋਰੂਮ ਵਿੱਚ ਉਹ ਕੀ ਕਰੇਗਾ? ਧਰਮੀ ਬੰਦੇ ਦੀ ਵੀ ਪਰਖ ਉਹਦੀ ਜ਼ਿੰਦਗੀ ਦੀ ਕਿਸੇ ਨਾ ਕਿਸੇ ਮੁਸੀਬਤ ਨਾਲ ਜੁੜੀ ਹੋਈ ਹੈ, ਉਹਦੇ ਤੋਂ ਪਹਿਲਾਂ ਨਹੀਂ। ਜਿੱਦਣ ਮੁਸੀਬਤ ਤੇ ਸੁੱਖ ਇਕੱਠੇ ਰਹੇ, ਉਦਣ ਸਮਝ ਲਓ ਇਹ ਬੰਦਾ ਨੇੜੇ ਚਲਾ ਗਿਆ ਪਰਮਾਤਮਾ ਦੇ। ਗੁਰੂ ਤੇਗ ਬਹਾਦਰ ਸਾਹਿਬ ਤਾਂ ਹੀ ਕਹਿੰਦੇ ਨੇ, ਨਿਸ਼ਾਨੀ ਕੀ ਹੈ? ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਦੁੱਖ ਦੁਖੀ ਨਹੀਂ ਕਰਦਾ, ਸੁੱਖ ਸੁਖੀ ਨਹੀਂ ਕਰਦਾ। ਉਹਨਾਂ ਤੋਂ ਉੱਚਾ ਉੱਠ ਗਿਆ ਦੋ, ਉਦਣ ਪਤਾ ਲੱਗੇਗਾ। ਉਹਦੇ ਤੋਂ ਪਹਿਲਾਂ ਤੇ ਆਪਾਂ ਸਾਰੇ ਧਰਮੀ ਹਾਂ, ਜਦੋਂ ਠੀਕ ਠਾਕ ਉਦੋਂ ਸਾਰੇ ਧਰਮੀ ਹਾਂ। ਪਤਾ ਉਦਣ ਲੱਗਦਾ ਸਾਧ ਸੰਗਤ, ਜਿਸ ਦਿਨ ਕੁਝ ਉਲਟ ਵਾਪਰਦਾ ਹੈ। ਜੋ ਕੁਝ ਅਸੀਂ ਬਣਾਇਆ ਬਸ, ਹੋਰ ਕੋਈ ਨਹੀਂ ਧਰਮ ਔਰ ਹੋਰ ਕੋਈ ਨਹੀਂ ਸੁੱਖ ਦੁਨੀਆ ਵਿੱਚ। ਸੁੱਖ ਉਦਣ ਮਿਲੇਗਾ ਜਿੱਦਣ ਜੀਵਨ ਦੇ ਨਾਲ ਨਾਲ ਅਸੀਂ ਤੁਰਨਾ ਸ਼ੁਰੂ ਕਰ ਦਿਆਂਗੇ। ਜਿਵੇਂ ਦਾ ਜੀਵਨ ਹੈ ਉਹਦੇ ਨਾਲ ਸਹਿਮਤ ਹੋ ਗਏ। ਕਹਿੰਦੇ ਨੇ ਐਸੇ ਬੰਦੇ ਵਾਸਤੇ ਨਰਕ ਵੀ ਆਪਣਾ ਸੁਭਾਅ ਬਦਲ ਲੈਂਦਾ ਹੈ। ਜਿਹੜਾ ਇਸ ਤਰ੍ਹਾਂ ਦੀ ਦੁਨੀਆ ਵਿੱਚ ਜਿਉਂਦਾ, ਨਰਕ ਵੀ ਉਹਦੇ ਵਾਸਤੇ ਸੁਭਾਅ ਬਦਲ ਲੈਂਦਾ। ਤੇ ਜੇ ਸਾਧ ਸੰਗਤ ਆਦਮੀ ਹੋਵੇ ਹਰ ਇੱਕ ਹਾਲਤ ਦੇ ਉਲਟ, ਤੇ ਉਹਦੇ ਵਾਸਤੇ ਸਵਰਗ ਵੀ ਸੁੱਖ ਨਹੀਂ। ਉਹ ਸਵਰਗ ਵਿੱਚ ਵੀ ਕਲਪਦਾ ਹੀ ਰਹੇਗਾ, ਦੌੜਦਾ ਰਹੇਗਾ, ਭੱਜਦਾ ਰਹੇਗਾ, ਉਹ ਵੀ ਉਹਨੂੰ ਕੰਮ ਨਹੀਂ ਦੇਗਾ। ਤਾਂ ਸਤਿਗੁਰੂ ਕਹਿ ਰਹੇ ਨੇ, ਸੁੱਖ ਵਿੱਚ ਵੀ ਨਾਮ ਜਪਿਆ ਜਾ ਸਕਦਾ। ਦੋ ਤਰੀਕੇ ਦੱਸੇ। ਇੱਕ ਤੇ ਬੰਦੇ ਦੇ ਸਹਾਰੇ ਸੰਸਾਰ ਵਿੱਚ ਉਹਨੂੰ ਇਨਕਾਰ ਕਰ ਜਾਣ ਸਾਰੇ, ਇਕੱਲਾ ਰਹਿ ਜਾਏ, ਜਿਹਦੇ ਉੱਤੇ ਬਹੁਤੀ ਬਾਣੀ ਦਾ ਜ਼ੋਰ ਹੈ। ਗੁਰੂ ਤੇਗ ਬਹਾਦਰ ਸਾਹਿਬ, ਇੱਕ ਤੇ ਤਰੀਕਾ ਵੀ ਸਹਾਰੇ ਟੁੱਟੇ, ਕੋਈ ਸਹਾਰਾ ਨਹੀਂ ਰਿਹਾ, ਤੇ ਹੁਣ ਰੱਬ ਦਾ ਸਹਾਰਾ ਫੜਨਾ ਪਿਆ, ਹੋਰ ਲੱਭਦਾ ਕੋਈ ਨਹੀਂ, ਜਾਏਗਾ ਕਿੱਧਰ? ਜਾਣਾ ਪਏਗਾ ਉਧਰ। ਤੇ ਇੱਕ ਹੋਰ ਤਰੀਕਾ ਸਾਧ ਸੰਗਤ, ਕਿ ਜੋ ਕੁਝ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਵਿੱਚ ਸੰਸਾਰ ਬਾਰੇ ਦੱਸਿਆ ਗਿਆ ਹੈ, ਉਹਦੇ ਉੱਤੇ ਵਿਸ਼ਵਾਸ ਕਰਕੇ ਸਮਝ ਲੈਣਾ। ਉਹਨੂੰ ਕਹਿੰਦੇ ਨੇ ਗ੍ਰਸਤ ਦੇ ਵਿੱਚ ਉਦਾਸੀ ਹੋ ਜਾਣਾ। ਹੈ ਸਾਰਾ ਕੁਝ, ਪਰ ਉਪਰਾਮਤਾ ਆ ਗਈ ਉਹਦੇ ਤੋਂ। ਸਭ ਕੁਝ ਹੈ, ਧਨ ਹੈ, ਧਾਮ ਹੈ, ਨਾਮ ਹੈ, ਪਰਿਵਾਰ ਹੈ, ਸਾਰਾ ਕੁਝ ਹੈ, ਪਰ ਗੁਰੂ ਤੋਂ ਸਮਝ ਕੇ, ਕਮਾ ਕੇ ਬੰਦਾ ਇੱਥੇ ਪਹੁੰਚ ਗਿਆ। ਇਸ ਗੱਲ ਦਾ ਪਤਾ ਲੱਗ ਗਿਆ ਕਿ ਜਗ ਰਚਨਾ ਸਭ ਝੂਠ ਹੈ, ਜਾਣ ਲਿਓ ਰੇ ਮੀਤ, ਕਹਿ ਨਾਨਕ ਥਿਰ ਨਾ ਰਹਿ ਜਿਉ ਬਾਲੂ ਕੀ ਭੀਤ। ਇਹ ਹੁਣ ਹੈ ਤਾਂ ਵਿੱਚ ਅਸਲੀਅਤ ਦਾ ਪਤਾ ਲੱਗ ਗਿਆ ਕਿ ਇਹ ਸਹਾਰੇ ਚੰਗੇ ਨੇ, ਵਰਤੋਂ ਕਰ, ਪਰ ਯਕੀਨ ਬਹੁਤਾ ਗਹਿਰਾ ਨਾ ਕਰੀ ਵੀ ਪਤਾ ਨਹੀਂ ਕਿੰਨਾ ਚਿਰ ਤੇਰੇ ਨਾਲ ਰਹਿਣਗੇ। ਵੈਸੇ ਤੇ ਕਿਹਾ ਗਿਆ ਬੰਦੇ ਦਾ ਬੰਦਾ ਦਾਰੂ ਹੈ, ਪਰ ਬੰਦੇ ਦਾ ਪਤਾ ਕੀ ਕਿੰਨਾ ਚਿਰ ਰਵੇ। ਇਹਦੇ ਵਿੱਚ ਗੁਰੂ ਸਾਹਿਬ ਸਾਨੂੰ ਜਗਾਉਣਾ ਚਾਹੁੰਦੇ ਨੇ ਕਿ ਇਹਦੇ ਵਿੱਚ ਰਹਿੰਦਿਆਂ, ਇਹਨਾਂ ਸਹਾਰਿਆਂ ਨੂੰ ਵਰਤਦਿਆਂ ਹੋਇਆਂ ਜਿਹੜਾ ਉਪਰਾਮ ਹੋ ਜਾਏ, ਉੱਚਾ ਉੱਠ ਜਾਏ, ਉਦਾਸ ਹੋ ਜਾਏ, ਨਾਮ ਨਾਲ ਉਹ ਹੀ ਜੁੜੇਗਾ
ਇਹਦੇ ਤੋਂ ਬਿਨਾਂ ਨਾਮ ਨਾਲ ਸਾਂਝ ਨਹੀਂ ਬਣ ਸਕਦੀ। ਤਾਂ ਮੈਂ ਜਿਹੜੀਆਂ 2 ਬਿਰਤੀਆਂ ਤੇ ਆਪ ਜੀ ਨਾਲ ਬੇਨਤੀ ਕਰ ਰਿਹਾ ਸਾਂ, ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਿਹੜਾ ਯਤਨ ਹੈ ਉਹ ਇਹ ਹੈ ਕਿ ਬੰਦੇ ਨੂੰ ਇਕੱਲਾ ਖੜਾ ਕਰ ਦਿੱਤਾ ਜਾਏ, ਬਿਲਕੁਲ ਇਕੱਲਾ। ਉਹਨੂੰ ਇੰਝ ਪ੍ਰਤੀਤ ਹੋਵੇ ਕਿ ਬੜੀ ਦੂਰ ਕਿਤੇ ਸਮੁੰਦਰ ਵਿੱਚ ਕਿਸੇ ਟਾਪੂ 'ਤੇ ਉਹ ਇਕੱਲਾ ਰਹਿ ਗਿਆ ਹੈ। ਜਿਵੇਂ ਕਿਸੇ ਜਹਾਜ਼ 'ਤੇ ਸਫ਼ਰ ਕਰਨ ਜਾ ਰਿਹਾ ਸੀ, ਜਹਾਜ਼ ਦੇ ਵਿੱਚੋਂ ਉਤਰੇ ਲੋਕ ਸਾਰੇ ਸਾਥੀ ਮੁਸਾਫਰ, ਕੋਈ ਟਾਪੂ ਸੀ ਛੋਟਾ ਜਿਹਾ ਪਹਾੜ, ਵੀ ਚਲੋ ਇੱਥੇ ਥੋੜ੍ਹਾ ਜਿਹਾ ਘੁੰਮ ਲੈਂਦੇ ਹਾਂ, ਰਸਤਾ ਉਹਨੂੰ ਕੋਈ ਨਹੀਂ, ਚੌਵਾਂ ਪਾਸੇ ਪਾਣੀ। ਉੱਥੇ ਉਤਰਿਆ ਤੇ ਉੱਥੇ ਦੂਰ ਚਲਾ ਗਿਆ, ਜਹਾਜ਼ ਨਿਕਲ ਗਿਆ, ਨਾਲ ਦਿਆਂ ਨੇ ਚੜ੍ਹਾਇਆ, ਇਕੱਲਾ ਰਹਿ ਗਿਆ। ਹੁਣ ਉਸ ਇਕੱਲ ਵਿੱਚ ਕੌਣ ਸਾਥੀ ਉਹਦਾ? ਉੱਥੇ ਫਿਰ ਇੱਕ ਪੁਕਾਰ, ਇੱਕ ਆਵਾਜ਼ ਡੂੰਘੇ ਥਾਂ ਤੋਂ ਅੰਦਰੋਂ ਨਿਕਲੇਗੀ, ਰੱਬ ਵਾਸਤੇ, ਬਚਾਉਣ ਵਾਸਤੇ। ਪੂਰਾ ਜ਼ੋਰ ਲਾ ਦੇਗਾ ਬੰਦਾ, ਅੰਦਰੋਂ ਰੋਏਗਾ ਉਸ ਨੂੰ, ਕਿਉਂਕਿ ਹੋਰ ਉੱਥੇ ਹੱਥ ਕਿਸੇ ਦਾ ਨਹੀਂ ਪਹੁੰਚਦਾ। ਉਸ ਥਾਂ 'ਤੇ ਇਹ ਬਾਣੀ ਲਿਆਉਂਦੀ ਬੰਦੇ ਨੂੰ। ਹੈ ਬੜਾ ਔਖਾ ਉਸ ਥਾਂ 'ਤੇ ਆਉਣਾ, ਪਰ ਇਹ ਵੀ ਖਿਆਲ ਰੱਖਣਾ ਉੱਥੇ ਆਉਣਾ ਸਾਰਿਆਂ ਨੇ ਹੈ, ਕਿਉਂਕਿ ਨਾਲ ਕੋਈ ਨਹੀਂ। ਉਸ ਥਾਂ 'ਤੇ ਲਿਆਉਣ ਦਾ ਯਤਨ ਕਰ ਰਹੇ ਨੇ ਇੱਥੇ ਜਿਉਂਦੇ ਜੀ, ਇਹ ਅਭਿਆਸ ਕਰਾ ਰਹੇ ਨੇ ਗੁਰੂ ਤੇਗ ਬਹਾਦਰ ਸਾਹਿਬ, ਗੁਰੂ ਗ੍ਰੰਥ ਸਾਹਿਬ ਜੀ। ਇਹ ਜਿਹੜੀਆਂ ਬੇਨਤੀਆਂ ਨੇ ਮੈਂ ਸਾਧਨਾ ਪੱਖ ਵਿੱਚ ਕਰ ਰਿਹਾ, ਜਿਹੜੀ ਸਾਧਨਾ ਕਰਨੀ ਸਿੱਖ ਨੇ, ਉਹਦੇ ਵਿੱਚ ਗੁਰਬਾਣੀ ਦਾ ਯਤਨ ਨੇ ਸਿੱਖ ਨੂੰ ਪਹਿਲਾਂ ਅਹਿਸਾਸ ਕਰਾ ਦੇਣਾ, ਇਕੱਲੇ ਖੜੇ ਕਰ ਦੇਣਾ, ਕੋਈ ਨਹੀਂ ਤੇਰੇ ਨਾਲ, ਕੋਈ ਨਾ ਕਿਸੇ ਸੰਗ ਕਾਹੇ ਗਰਬੀਐ। ਫਿਰ ਜਦੋਂ ਪਹਿਲਾ ਤੇ ਹੋਵੇਗਾ ਇਕੱਲਾ, ਪਹਿਲਾਂ ਅਜੇ ਇਕੱਲਾ ਤੇ ਹੋਵੇ, ਤੂੰ ਉਹਨੂੰ ਤਾਂ ਹੀ ਮਿਲੇਗਾ ਨਾ ਜੇ ਮੈਂ ਹੋਵੇਗਾ। ਤੇ ਆਪਾਂ ਕਹਿੰਦੇ ਹਾਂ ਨਾ ਵੀ ਧਰਮ ਜਿਹੜਾ ਮੈਂ ਤੋਂ ਸ਼ੁਰੂ ਹੁੰਦਾ ਹੈ ਤੇ ਤੂੰ ਤੱਕ ਜਾ ਕੇ ਸਮਾਪਤ ਹੋ ਜਾਂਦਾ ਹੈ, ਹਮ ਤੋਂ ਸ਼ੁਰੂ ਹੁੰਦਾ ਤੇ ਤੁਮ ਤੱਕ ਜਾਂਦਾ ਹੈ, ਹਮ ਤੁਮ ਬੀਚ ਭਇਓ ਨਹੀਂ ਕੋਈ। ਪਰ ਮੈਂ ਬੇਨਤੀ ਕਰਾਂ, ਅਜੇ ਤੇ ਆਪਾਂ ਮੈਂ ਤੱਕ ਵੀ ਕੋਈ ਨਹੀਂ ਆਏ, ਅਜੇ ਤੇ ਮੈਂ ਇਕੱਲਾ ਵੀ ਨਹੀਂ, ਅਜੇ ਤੇ ਵਿੱਚ ਬੜਾ ਕੁਝ ਬੜਿਆ ਬੈਠਾ। ਉਹ ਵਿੱਚੋਂ ਨਿਕਲੇਗਾ, ਮੈਂ ਇਕੱਲੀ ਰਹੇਗੀ ਤੇ ਤਾਂ ਹੀ ਤੂੰ ਤੱਕ ਜਾਏਗਾ ਨਾ। ਇੱਕ ਬਚਨ ਆਉਂਦਾ ਨਾ ਕਬੀਰ ਜੀ ਦਾ, ਕਬੀਰ ਸਾਧੂ ਕੋ ਮਿਲਣੇ ਜਾਈਏ ਸਾਥ ਨਾ ਲੀਜੈ ਕੋਏ। ਰੱਬ ਨੂੰ ਮਿਲਣ ਦੀ ਗੱਲ ਕਰਨਾ ਹੈ, ਅਜੇ ਤੂੰ ਇਕੱਲਾ ਤੇ ਹੋ, ਅਜੇ ਤੇ ਤੇਰੇ ਨਾਲ ਕਿੰਨਾ ਕੁਝ ਜੁੜਿਆ, ਕਿੰਨੀਆਂ ਇੱਛਾਵਾਂ, ਕਿੰਨੇ ਸੁਪਨੇ, ਕਿੰਨੀਆਂ ਲਾਲਸਾਵਾਂ, ਕਿੰਨੇ ਅਹੰਕਾਰ। ਅਜੇ ਤੇ ਤੂੰ ਮੈਂ ਵੀ ਨਹੀਂ ਬਣਿਆ ਤੇ ਤੂੰ ਕਿੱਥੋਂ ਬਣੇਗਾ? ਇਹ ਤਾਂ ਝੂਠ ਹੈ। ਤੂੰ ਕਹਿੰਦਾ ਮੈਂ ਤੂੰ ਹੋ ਜਾਣਾ, ਤੇਰੇ ਨਾਲ ਹੀ ਇੰਨਾ ਡੰਬਰ ਹੈ, ਪਰਿਵਾਰ ਹੀ ਤੇਰਾ ਬਹੁਤ ਵੱਡਾ। ਪਹਿਲਾਂ ਉਹਨੂੰ ਲਾ ਨਾਲੋਂ ਇਕੱਲਾ ਹੋ। ਪਹਿਲਾਂ ਧਰਮ ਦੀ ਪਹਿਲੀ ਸਾਧਨਾ ਹੈ ਇਕੱਲੇ ਹੋ ਜਾਣਾ, ਬਿਲਕੁਲ ਸਭ ਤੋਂ ਇਕੱਲੇ ਹੋ ਜਾਣਾ। ਮੈਂ 2-3 ਉਦਾਹਰਨਾਂ ਦੇ ਰਿਹਾ। ਇੱਕ ਤਾਂ ਸ਼ਲੋਕ ਇਹ ਦੱਸ ਰਿਹਾ ਹੈ ਕਿ ਆਪਣੇ ਸੰਗ ਸਾਥ ਨੂੰ ਵੱਢ ਦੇ, ਬਾਹਰੋਂ ਨਹੀਂ ਅੰਦਰੋਂ ਇਕੱਲਾ ਹੋ ਜਾ। ਤੂੰ ਇਕੱਲਾ ਹੋ ਜਾ ਅੰਦਰੋਂ, ਬਿਲਕੁਲ ਪ੍ਰਤੀਤ ਕਰਕੇ ਤੂੰ ਇਕੱਲਾ ਹੈ। ਪਹਿਲੀ ਸਾਧਨ ਹੈ ਧਾਰਮਿਕ ਬੰਦੇ ਦੀ, ਇਕੱਲੇ ਹੋ ਜਾਣਾ। ਇਸੇ ਨੂੰ ਕਿਹਾ ਸਾਥ ਨਾ ਲੀਜੈ ਕੋਏ। ਜੇ ਤੂੰ ਗੁਰੂ ਨੂੰ, ਸਾਧੂ ਨੂੰ, ਰੱਬ ਨੂੰ ਮਿਲਣਾ ਹੈ ਤੇ ਪਹਿਲਾਂ ਤੂੰ ਇਕੱਲਾ ਹੋ, ਸਾਥ ਸਾਰਾ ਕੱਢ ਦੇ ਵਿੱਚੋਂ। ਬਾਬਾ ਫਰੀਦ ਜੀ ਦਾ ਸ਼ਲੋਕ ਪੜ੍ਹੋ। ਉਹ ਕਹਿੰਦੇ ਨੇ, ਫਰੀਦਾ ਆਪ ਸਵਾਰ ਹੈ ਮੈਂ ਮਿਲਾਂ, ਮੈਂ ਮਿਲਿਆ ਸੁਖ ਹੋਏ। ਇਹ ਮੈਂ ਦੇ ਅਰਥ ਕੀ ਨੇ? ਰੱਬ ਕੀਤੇ ਨੇ ਅਰਥ ਮੈਂ ਦੇ ਬਹੁਤੇ ਟੀਕਾਕਾਰਾਂ ਨੇ। ਉਹ ਵੀ ਠੀਕ ਨੇ ਆਪਣੀ ਥਾਂ ਤੇ, ਉੱਥੋਂ ਤੱਕ ਜਿਵੇਂ ਜਿਵੇਂ ਦੇ ਹੱਥ ਪੈਂਦਾ ਹੈ, ਕੋਈ ਇਹ ਫਾਈਨਲ ਨਹੀਂ ਕਿ ਮੈਂ ਕਹਾਂ ਮੈਂ ਫਾਈਨਲ ਕਰ ਦਿੱਤਾ ਹੈ। ਜਿਹੜੇ ਪਾਸਿਓਂ ਕੋਈ ਹੱਥ ਪਾਉਂਦਾ ਉਧਰੋਂ ਉਹ ਠੀਕ ਹੁੰਦਾ ਹੈ। ਤਾਂ ਜਦੋਂ ਇਹ ਕਹਿੰਦੇ ਵੀ ਪਹਿਲਾਂ ਤੂੰ ਆਪਣੇ ਆਪ ਨੂੰ ਸਵਾਰ ਤੇ ਪਹਿਲਾਂ ਆਪਣੀ ਮੈਂ ਨੂੰ ਮਿਲ। ਅਜੇ ਤੇ ਤੂੰ ਮੈਂ ਤੱਕ ਵੀ ਨਹੀਂ ਗਿਆ, ਤੈਨੂੰ ਇਹ ਵੀ ਨਹੀਂ ਪਤਾ ਮੈਂ ਕੌਣ। ਪਹਿਲਾਂ ਮੈਂ ਨੂੰ ਸ਼ੁੱਧ ਕਰ। ਮੈਂ ਮਿਲਿਆ ਸੁਖ ਹੋਏ। ਜੇ ਤੂੰ ਮੇਰਾ ਹੋਏ ਰਹੇ, ਇਹ ਮੇਰਾ ਕੌਣ ਹੈ? ਇਹ ਹੈ ਰੱਬ। ਸਭ ਜਗ ਤੇਰਾ ਹੋਏ। ਇਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜਿੰਨੀ ਬਾਣੀ ਉਚਾਰਦੇ ਨੇ ਤੇ 26-27 ਸਾਲ ਲਾਏ ਇਸ ਅਭਿਆਸ ਤੇ,
ਉਹ ਇੱਕ ਬੰਦੇ ਦੇ ਸਵਾਲ ਦੇ ਜਵਾਬ ਵਿੱਚ ਕਿਸੇ ਦੇ ਕਹਿ ਰਹੇ ਨੇ ਰੱਬ ਨੂੰ ਕਿਵੇਂ ਮਿਲੀਏ। ਬੜਾ ਵੱਡਾ ਸਵਾਲ ਹੈ। ਅਸੀਂ ਕਹਿੰਦੇ ਹਾਂ ਪਰਮਾਤਮਾ ਨੂੰ ਕਿਵੇਂ ਮਿਲੀਏ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਨਹੀਂ, ਪਰਮਾਤਮਾ ਦੀ ਗੱਲ ਅਜੇ ਛੱਡੋ, ਤੁਸੀਂ ਹੋਰ ਕੀ ਕਰੀਏ। ਕਹਿੰਦੇ ਪਹਿਲੇ ਉਹ ਤੇ ਬਣੋ ਜਿਹਨੇ ਮਿਲਣਾ ਹੈ। ਤੁਸੀਂ ਆਪਣੇ ਆਪ ਨੂੰ ਤਿਆਰ ਤੇ ਕਰੋ। ਤੁਸੀਂ ਇਕੱਲੇ ਤੇ ਹੋਵੋ ਪਹਿਲਾਂ, ਬਾਅਦ ਵਿੱਚ ਗੱਲ ਕਰਨਾ ਪਰਮਾਤਮਾ ਦੀ। ਅਜੇ ਤੇ ਤੁਸੀਂ ਇਕੱਲੇ ਹੋਣ ਲਈ ਤਿਆਰ ਨਹੀਂ। ਇਸ ਕਰਕੇ ਜਿੰਨੀ ਬਾਣੀ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ, ਉਹ ਬੰਦੇ ਨੂੰ ਇਕੱਲਾ ਕਰਦੀ ਹੈ। ਇਸ ਬਾਣੀ ਦਾ ਅਭਿਆਸ ਕਰਕੇ ਦੇਖ ਲਓ, ਮਨੁੱਖ ਨੂੰ ਇੰਝ ਪ੍ਰਤੀਤ ਹੋਵੇਗਾ ਮੈਂ ਇਕੱਲਾ ਰਹਿ ਗਿਆ, ਕੋਈ ਨਹੀਂ ਮੇਰੇ ਨਾਲ, ਕੋਈ ਨਾਲ ਨਹੀਂ, ਬਿਲਕੁਲ ਇਕੱਲਾ ਛੁੱਟ ਗਿਆ। ਤਾਂ ਧਰਮ ਦੀ ਪਹਿਲੀ ਸਾਧਨਾ ਹੈ ਇਕੱਲੇ ਹੋ ਜਾਣਾ। ਜਦੋਂ ਆਦਮੀ ਇਕੱਲਾ ਹੋਵੇਗਾ ਫਿਰ ਅਗਲਾ ਰਸਤਾ ਸ਼ੁਰੂ ਹੋਵੇਗਾ ਪਰਮਾਤਮਾ ਦਾ ਰਾਹ। ਫਿਰ ਉਹਦੇ ਤੇ ਤੁਰੇਗਾ, ਇਕੱਲਾ ਤੁਰੇਗਾ। ਫਿਰ ਮੈਂ ਤੂੰ ਤੱਕ ਪਹੁੰਚ ਜਾਏਗਾ। ਤਾਂ ਇਹ ਜਿੰਨੀਆਂ ਮੌਤ ਦੀਆਂ ਘਟਨਾਵਾਂ ਨਾਲ ਸੰਬੰਧਿਤ ਬਾਣੀ ਉਚਾਰੀ ਗਈ ਹੈ, ਕਬੀਰ ਸਾਹਿਬ ਦੀ ਬਾਣੀ ਵੇਖੋ, ਤੇ ਬੰਦੇ ਨੂੰ ਬਿਲਕੁਲ ਹੀ ਇਕੱਲਾ ਕਰਨ ਦਾ ਯਤਨ ਕਰਦੇ ਨੇ। ਅਜੇ ਗੁਰੂ ਤੇਗ ਬਹਾਦਰ ਸਾਹਿਬ ਤੇ ਹੀ ਕਹਿੰਦੇ ਨੇ ਵੀ ਸਾਰੇ ਚਲੇ ਗਏ, ਤੇ ਕਬੀਰ ਸਾਹਿਬ ਤੇ ਬਹੁਤੇ ਸਖਤ ਨੇ। ਉਹ ਤੇ ਤਲਵਾਰ ਹੱਥ ਵਿੱਚ ਰੱਖਦੇ ਨੇ, ਮਿਆਨ ਨਹੀਂ ਉਹਨਾਂ ਕੋਲ। ਕਬੀਰ ਸਾਹਿਬ ਕੋਲ ਗਿਆਨ ਦੀ ਤਲਵਾਰ ਹੈ, ਤੇ ਉਹ ਵੀ ਨੰਗੀ। ਗਿਆਨ ਤੇ ਬੜੇ ਭਗਤਾਂ ਕੋਲੇ, ਪਰ ਘੱਟੋ ਘੱਟ ਮਿਆਨ ਰੱਖਦੇ ਨੇ ਉਹ। ਕਬੀਰ ਸਾਹਿਬ ਕੋਲ ਤੇ ਕੱਲੀ ਬਿਨਾਂ ਮਿਆਨ ਦਾ ਗਿਆਨ ਹੈ। ਉਹ ਤਾਂ ਜਿੱਥੋਂ ਦੀ ਲੰਘਦੇ ਨੇ ਕੋਈ ਨਹੀਂ ਬਚੇਗਾ, ਲਿਹਾਜ਼ ਕਿਸੇ ਦਾ ਵੀ ਨਹੀਂ ਹੈ, ਕੋਈ ਨਹੀਂ ਬਚਦਾ। ਘਸੀਟ ਕੇ ਸ਼ਮਸ਼ਾਨ ਘਾਟ ਵਿੱਚ ਵੀ ਲੈ ਕੇ ਜਾਣਗੇ। ਹਾਡ ਜਰੈ ਜੈਸੇ ਲੱਕੜੀ ਕਾ ਤੂਲਾ, ਕੇਸ ਜਲੈ ਜੈਸੇ ਘਾਸ ਕਾ ਪੂਲਾ। ਸੁੱਕੇ ਘਾਹ ਦੀ ਅੱਗ ਵੇਖੀ ਹੋਣੀ ਤੁਸੀਂ, ਤੇ ਅੱਗ ਕਿਵੇਂ ਪਕੜਦੀ ਕੇਸਾਂ ਨੂੰ ਜਦੋਂ ਸੰਸਕਾਰ ਕੀਤਾ ਜਾਂਦਾ ਹੈ, ਇੱਕਦਮ ਸਾੜ ਕੇ ਸਾਹ ਕਰ ਦਿੰਦੀ। ਉਸ ਤਰ੍ਹਾਂ ਲੱਗੇਗੀ, ਬਿਲਕੁਲ ਉੱਥੇ ਲੈ ਗਏ। ਪ੍ਰਯੋਜਨ ਉਹਨਾਂ ਦਾ ਹੋਰ ਕੋਈ ਨਹੀਂ। ਉਹ ਤੇ ਜਗਜੀਵਨ ਕਹਿੰਦੇ ਨੇ ਪਰਮਾਤਮਾ ਨੂੰ। ਇਹ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਜੀ ਮੌਤ ਵਿੱਚ ਡੇਗ ਡੇਗ ਕੇ ਬੰਦੇ ਨੂੰ ਹੋਰ ਗਮ ਵਿੱਚ ਲਿਜਾਉਣਾ ਚਾਹੁੰਦੇ, ਐਸਾ ਨਹੀਂ ਕੁਝ। ਉਹ ਤੇ ਕਹਿੰਦੇ ਵੀ ਜਗ ਜੀਵਨ, ਜਗਤ ਦੇ ਜੀਵਨ ਨੂੰ ਲੱਭ ਪਰਮਾਤਮਾ ਨੂੰ ਵਿੱਚ ਰਹਿੰਦਿਆਂ। ਪਰ ਇਹਦੀ ਮੂਰਖਤਾ ਨੂੰ ਰੋਕਣ ਦਾ ਹੋਰ ਤਰੀਕਾ ਹੀ ਕੋਈ ਨਹੀਂ। ਸ਼ਮਸ਼ਾਨ ਘਾਟ ਤੋਂ ਬਿਨਾਂ ਤੈਨੂੰ ਹੋਸ਼ ਹੀ ਕੋਈ ਨਹੀਂ ਆਉਂਦੀ, ਪਤਾ ਹੀ ਨਹੀਂ ਲੱਗਦਾ। ਹੋਰ ਕੋਈ ਰਾਹ ਨਹੀਂ ਇਹਦੇ ਤੋਂ। ਮੌਤ ਤੋਂ ਬਿਨਾਂ ਕਿਵੇਂ ਮੁੜੇਗਾ। ਇਸ ਕਰਕੇ ਇਹ ਦਵਾਈ ਵਰਤੀ ਗਈ ਗੁਰਬਾਣੀ ਦੇ ਵਿੱਚ, ਸਿੱਧੀ ਸਾਵੀਂ। ਸਾਰੀ ਗੁਰਬਾਣੀ ਵਿੱਚ ਬੰਦੇ ਨੂੰ ਇਕੱਲਾ ਕਰਨ ਵਾਸਤੇ ਉਹਦੀ ਮੌਤ ਉਹਦੇ ਨੇੜੇ ਕੀਤੀ ਗਈ ਹੈ। ਸਮਝਾਇਆ ਗਿਆ ਹੈ ਸਰੀਰ ਤੇਰਾ ਨਹੀਂ ਹੈ, ਪਰਿਵਾਰ ਤੇਰਾ ਨਹੀਂ ਹੈ, ਜੋ ਤਨ ਉਪਜਿਆ ਸੰਗ ਹੀ ਸੋ ਵੀ ਸੰਗ ਨਾ ਹੋਏ। ਜਦੋਂ ਇਕੱਲਾ ਹੋ ਗਿਆ, ਹੁਣ ਉਹਦੀ ਸੰਭਾਵਨਾ ਹੈ ਕਿ ਅੱਗੇ ਤੁਰੇਗਾ, ਹੁਣ ਕੋਈ ਰਾਹ ਖੁੱਲ੍ਹੇਗਾ। ਇਸ ਕਰਕੇ ਸਾਰੀ ਗੁਰਬਾਣੀ ਇਹਦੇ ਉੱਤੇ ਜ਼ੋਰ ਦੇ ਰਹੀ। ਸਾਹਿਬ ਕਹਿੰਦੇ ਨੇ ਪ੍ਰਾਨੀ ਰਾਮ ਨਾ ਚੇਤਈ, ਮਦ ਮਾਇਆ ਕੈ ਅੰਧ। ਔਰ ਮੈਂ ਉਹ ਜਿਹੜਾ ਵਿਸ਼ਾ ਲੈ ਰਿਹਾ ਸੀ, ਮਨੁੱਖ ਦਾ ਸੰਗੀ ਕੋਈ ਨਹੀਂ, ਉਹ ਸ਼ਲੋਕ ਅਗਲਾ ਹੈ 32 ਨੰਬਰ। ਇਸ ਕਰਕੇ ਉਹਨੂੰ ਪਹਿਲਾਂ ਨਾਲ ਲੱਗਦਾ ਸਪਸ਼ਟ ਕਰ ਸਕਾਂ। ਇਹਦੇ ਉੱਤੇ ਆਪਾਂ ਵਿਚਾਰ ਕੀਤੀ ਹੈ ਕਿ ਧਿਆਨ ਨਾਲ ਦੇਖ, ਤੇਰਾ ਸੰਗੀ ਕੋਈ ਨਹੀਂ ਹੈ, ਤੂੰ ਇਕੱਲਾ ਹੈ। ਜਿੰਨੇ ਤੇਰੇ ਸੰਗੀ ਨੇ ਉਹ ਤੇਰੇ ਸਾਧਨ ਕਰਕੇ ਸੰਗੀ ਨੇ। ਤੇਰੇ ਕੋਲ ਸਾਧਨ ਹੈ ਉਹਨਾਂ ਦੀ ਸੰਗਤ ਕਰਨ ਦਾ। ਜੇ ਅੱਜ ਕੋਈ ਸੰਗੀ ਹੈ, ਅੱਜ ਕੋਈ ਮਿੱਤਰ ਹੈ, ਤੇ ਉਹਦੇ ਵਿੱਚ 90% ਤੇ ਉਹ ਮਿੱਤਰ ਨੇ ਜੋ ਧਨ ਕਰਕੇ ਨੇ, ਸਿਰਫ, ਹੋਰ ਕੋਈ ਕਾਰਨ ਨਹੀਂ ਹੈ। ਧਨ ਕਰਕੇ ਨੇ ਸਿਰਫ। ਇਸ ਕਰਕੇ ਉਹ ਸੰਗੀ, ਬਹੁਤਾ ਸੰਸਾਰ ਜਿਹੜਾ ਹੈ ਸੰਗੀ ਹੈ ਧਨ ਕਰਕੇ। ਕੋਲ ਮਾਇਆ ਹੈ, ਕੋਲ ਧਨ ਹੈ, ਕੋਲ ਅਹੁਦਾ ਹੈ, ਕੋਲ ਅਸਵਾਰੀ ਚੰਗੀ ਹੈ, ਘਰ ਚੰਗਾ ਹੈ, ਸੰਸਾਰ ਸੰਗੀ ਹੈ। ਨਾਲ ਤੁਰੇਗਾ, ਨਾਲ ਰਹੇਗਾ। ਜਬ ਹੀ ਨਿਰਤਨ ਦੇਖਿਓ ਜਨ ਕੋ, ਸੰਗ ਛਾੜ ਸਭ ਭਾਗੇ। ਜਦੋਂ ਨਿਰਧਨ ਵੇਖਿਆ ਨਹੀਂ, ਅਹੁਦਾ ਛੁੱਟਿਆ ਨਹੀਂ, ਵੋਟਾਂ ਹਾਰੀਆਂ ਨਹੀਂ,
ਤੇ ਦੂਜੇ ਦਿਨ ਕਹਿੰਦੇ ਜੀ ਇਹ ਪਤਾ ਨਹੀਂ, ਮੈਂ ਤੇ ਜਾਣਦਾ ਹੀ ਨਹੀਂ ਬੰਦਾ ਕੌਣ ਹੈ। ਸੰਸਾਰ ਜਿੱਤੇ ਹੋਏ ਨਾਲ ਸੰਬੰਧਿਤ ਰਹਿੰਦਾ ਹੈ, ਹਾਰੇ ਹੋਏ ਨਾਲ ਨਹੀਂ। ਇਹ ਪਰਮਾਤਮਾ ਹੀ ਹੈ ਜਿਹੜਾ ਹਾਰਿਆਂ ਨਾਲ ਮਿੱਤਰਤਾ ਪਾਉਂਦਾ ਹੈ, ਜੋ ਅੰਦਰੋਂ ਨਹੀਂ ਹਾਰਦੇ। ਇਸ ਕਰਕੇ ਬਹੁਤਾ ਸੰਗਤ ਜਿਹੜੀ ਸੰਗ ਹੈ ਉਹ ਧਨ ਕਰਕੇ ਹੈ, ਤੇ ਜਿਹੜੇ ਸਾਧ ਸੰਗਤ ਬਾਕੀ ਦੇ ਆਪਣੇ ਸੰਗੀ ਨੇ ਉਹ ਸਾਡੇ ਸਰੀਰ ਕਰਕੇ ਸਾਡੇ ਸੰਗੀ ਨੇ। ਜਿੰਨਾ ਚਿਰ ਸਾਡਾ ਸਰੀਰ ਹੈ, ਜਦੋਂ ਸਰੀਰ ਨਾ ਰਿਹਾ ਉਹ ਸੰਗੀ ਕਿਵੇਂ ਰਹਿਣਗੇ? ਕੋਈ ਸੰਗ ਨਹੀਂ ਹੋ ਸਕਦਾ। ਤਾਂ ਸਤਿਗੁਰੂ ਕਹਿ ਰਹੇ ਨੇ, ਸੁਖ ਮੈਂ ਬਹੁ ਸੰਗੀ ਭਏ, ਦੁੱਖ ਮੈਂ ਸੰਗ ਨਾ ਕੋਏ। ਦੁੱਖ ਵਿੱਚ ਤੇਰਾ ਕੋਈ ਸੰਗ ਨਹੀਂ, ਕੋਈ ਸੰਗੀ ਨਹੀਂ। ਫਿਰ ਸਾਹਿਬ ਕਹਿੰਦੇ, ਕਹੋ ਨਾਨਕ ਹਰਿ ਭਜ ਮਨਾ, ਅੰਤ ਸਹਾਈ ਹੋਏ। ਇੱਥੋਂ ਤੱਕ ਤੇ ਬੰਦੇ ਨੂੰ ਕੀਤਾ ਬੇਸਹਾਰਾ। ਪਹਿਲਾਂ ਬੇਸਹਾਰਾ ਕੀਤਾ, ਤੇ ਜਦੋਂ ਬੇਸਹਾਰਾ ਹੋ ਗਿਆ ਫਿਰ ਉਹਨੂੰ ਦੱਸਿਆ ਵੀ ਤੇਰਾ ਸਹਾਰਾ ਕੌਣ ਹੈ, ਕੌਣ ਤੇਰਾ ਸਹਾਈ ਹੋ ਸਕਦਾ। ਕਹਿੰਦੇ ਹੈ ਤੇਰਾ ਸਹਾਰਾ ਕੋਈ, ਤੈਨੂੰ ਤੇਰੀ ਸਹਾਇਤਾ ਕਰ ਸਕਦਾ ਹੈ। ਉਹ ਤੇਰੇ ਨਾਲ, ਤੇਰੇ ਬਿਲਕੁਲ ਨੇੜੇ, ਤੇਰੇ ਇੱਕ ਇੱਕ ਸਵਾਸ ਦੇ ਨਾਲ ਤੁਰਦਾ ਜਾ ਰਿਹਾ ਹੈ। ਉਹਦੇ ਵੱਲ ਧਿਆਨ ਦੇ, ਉਹਨੂੰ ਮਿੱਤਰ ਬਣਾ, ਉਹਦੇ ਨਾਲ ਪਿਆਰ ਕਰ ਜੋ ਤੇਰਾ ਬਿਲਕੁਲ ਨਿੱਜੀ ਹੈ। ਔਰ ਉਹਦੇ ਵਿੱਚ ਇੱਕ ਹੋਰ ਗੁਣ ਹੈ, ਜੇ ਤੂੰ ਸੰਸਾਰ ਦੇ ਸਹਾਰੇ ਵਿੱਚ ਰਿਹਾ ਤੂੰ ਇੱਕ ਥਾਂ ਤੇ ਹੈ, ਦੂਜੇ ਥਾਂ ਤੇ ਨਹੀਂ। ਸਤਿਗੁਰੂ ਨੇ ਅਕਾਲ ਪੁਰਖ ਬਾਰੇ ਬਚਨ ਕੀਤੇ। ਸਾਹਿਬ ਕਹਿੰਦੇ, ਜਿੱਥੈ ਹਰ ਆਰਾਧੀਐ ਤਿੱਥੈ ਹਰ ਮਿੱਤ ਸਹਾਈ। ਜਿੱਥੇ ਵੀ ਉਹਨੂੰ ਕਿਸੇ ਨੇ ਯਾਦ ਕੀਤਾ ਹੈ ਉੱਥੇ ਉਸਨੇ ਉਹਦੀ ਸਹਾਇਤਾ ਕਰ ਦਿੱਤੀ, ਕਿਉਂਕਿ ਉਹ ਹਰ ਇੱਕ ਥਾਂ ਤੇ ਮੌਜੂਦ ਹੈ। ਉਹਦੀ ਸ਼ਕਤੀ ਹਰ ਇੱਕ ਥਾਂ ਤੇ ਖੜੀ ਹੋਈ ਹੈ। ਪ੍ਰਹਿਲਾਦ ਨੂੰ ਜਿੱਥੇ ਯਾਦ ਕੀਤਾ ਉੱਥੇ ਉਹਨੇ ਆ ਕੇ ਉਹਦੀ ਸਹਾਇਤਾ ਕੀਤੀ, ਹਰ ਇੱਕ ਥਾਂ ਤੇ। ਇਹ ਉਹਦੇ ਵਿੱਚ ਗੁਣ ਹੈ ਔਰ ਉਹਦੇ ਵਿੱਚ ਤਾਕਤ ਹੈ। ਤਾਂ ਹੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ, ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨੁਹਾ ਨਾਮ ਤੇਰਾ ਸੰਗ ਸਹਾਈ। ਜਿੱਥੇ ਮਾਤਾ ਸਹਾਇਤਾ ਨਹੀਂ ਕਰ ਸਕਦੀ, ਪਿਤਾ ਤੇਰੀ ਸਹਾਇਤਾ ਨਹੀਂ ਕਰ ਸਕਦਾ, ਪੁੱਤਰ ਤੇਰੀ ਸਹਾਇਤਾ ਨਹੀਂ ਕਰ ਸਕਦਾ। ਸੁੱਤ ਦੇ ਅਰਥ ਨੇ ਪੁੱਤਰ, ਉੱਥੇ ਉਹਦੇ ਹੱਥ ਹੀ ਨਹੀਂ ਪਹੁੰਚਦੇ। ਸੰਸਾਰ ਤੋਂ ਬਾਅਦ ਦੀ ਗੱਲ ਤੇ ਦੂਰ ਹੈ, ਇੱਥੇ ਵੀ ਕਈ ਵਾਰੀ ਬੰਦੇ ਕੋਲ ਧਨ ਹੁੰਦਾ ਹੈ, ਮਾਇਆ ਦੀ ਕਮੀ ਕੋਈ ਨਹੀਂ, ਤੇ ਕਿਤੇ ਸਰੀਰ ਨੂੰ ਰੋਗ ਹੋ ਗਿਆ, ਸਾਰੇ ਸਾਧਨ ਮੌਜੂਦ ਨੇ, ਪਰਿਵਾਰ ਵੀ ਸਾਹਮਣੇ ਖੜਾ, ਕਹਿੰਦਾ ਜੋ ਹੁਕਮ ਹੈ ਦੱਸੋ ਕਰੀਏ। ਚੰਗੇ ਤੋਂ ਚੰਗੇ ਹਸਪੀਟਲ ਵਿੱਚ ਸਾਰੀ ਦੁਨੀਆ ਵਿੱਚ ਲਿਜਾ ਸਕਨੇ, ਜਿੱਥੇ ਕਹੋ ਸਭ ਕੁਝ ਹੈ, ਧਨ ਵੀ ਕੋਲ ਹੈ, ਲਿਜਾਣ ਵਾਲੇ ਵੀ ਨੇ ਤੇ ਹਸਪੀਟਲ ਵੀ, ਸਭ ਸਾਧਨ ਨੇ। ਪਰ ਸਤ ਸੰਗਤ ਜਿੱਥੇ ਉਹਨੂੰ ਦੁੱਖ ਹੈ ਉੱਥੇ ਦਵਾਈ ਨਹੀਂ ਲੱਗਦੀ। ਦਵਾਈ ਉਹਦਾ ਰੋਗ ਨਹੀਂ ਹਟਾ ਸਕਦੀ। ਹੁਣ ਸਾਰਾ ਕੁਝ ਮੌਜੂਦ ਹੈ ਤੇ ਹੁੰਦਿਆਂ ਸੁਣਦਿਆਂ ਉਹ ਸੁਖੀ ਨਹੀਂ ਹੋ ਸਕਦਾ, ਕਿਉਂਕਿ ਜਿੱਥੇ ਦੁੱਖ ਹੈ ਉੱਥੇ ਸੰਸਾਰ ਦਾ ਹੱਥ ਨਹੀਂ ਜਾਂਦਾ, ਉੱਥੋਂ ਤੱਕ ਉਹ ਸਹਾਇਕ ਨਹੀਂ ਹੋ ਸਕਦਾ। ਉੱਥੇ ਸਹਾਇਕ ਹੈ ਸਿਰਫ ਅਕਾਲ ਪੁਰਖ ਦਾ ਨਾਮ। ਉਹ ਸਾਰੇ ਥਾਵਾਂ ਤੇ ਪਹੁੰਚ ਰੱਖਦਾ ਹੈ, ਸਭ ਥਾਵਾਂ ਤੇ ਪਹੁੰਚ ਸਕਦਾ ਹੈ। ਇਸ ਕਰਕੇ ਇੱਥੇ ਕੋਈ ਸਹਾਇਤਾ ਕਰਨੀ ਵੀ ਚਾਹੇ, ਕਿਸੇ ਦੇ ਹੱਥ ਹੀ ਇੰਨੇ ਲੰਬੇ ਨਹੀਂ ਹਨ। ਪਰਮਾਤਮਾ ਦੇ ਹੱਥ ਬਹੁਤ ਲੰਬੇ ਨੇ। ਉਹ ਹਰ ਇੱਕ ਥਾਂ ਤੇ ਮਨੁੱਖ ਦੀ ਸਹਾਇਤਾ ਕਰਨ ਵਾਲਾ ਹੈ। ਇਸ ਲਈ ਸਾਹਿਬ ਕਹਿੰਦੇ, ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਉਹਾ ਨਾਮ ਤੇਰਾ ਸੰਗ ਸਹਾਈ। ਨਾਮ ਉੱਥੇ ਵੀ ਜਾਏਗਾ, ਕਿਉਂਕਿ ਇਹ ਦੋਹਾਂ ਲੋਕਾਂ ਦੇ ਵਿੱਚ ਚੱਲਣ ਵਾਲਾ ਸਿੱਕਾ ਹੈ। ਸ਼ਬਦ ਅਖੁੱਟ ਬਾਬਾ ਨਾਨਕਾ, ਖਾਏ ਖਰਚ ਧਨ ਮਾਲ। ਕਹਿੰਦੇ ਜਿਹੜਾ ਸ਼ਬਦ ਹੈ ਨਾ, ਇਹ ਖੋਟਾ ਨਹੀਂ ਹੁੰਦਾ। ਨਹੀਂ ਤੇ ਇੱਕ ਦੇਸ਼ ਦਾ ਨੋਟ ਦੂਜੇ ਦੇਸ਼ ਵਿੱਚ ਜਾ ਕੇ ਖੋਟਾ ਹੋ ਜਾਂਦਾ, ਕਾਗਜ਼ ਬਣ ਜਾਂਦੇ ਨੇ ਉਹਦੇ, ਕੋਈ ਲੈਂਦਾ ਹੀ ਨਹੀਂ, ਪੁੱਛਦਾ ਹੀ ਨਹੀਂ, ਦੇਸ਼ ਛੋਟਾ ਹੋ ਗਿਆ। ਛੋਟੇ ਦੇਸ਼ ਦਾ ਸਿੱਕਾ ਵੱਡੇ ਵਿੱਚ ਨਹੀਂ ਚੱਲਦਾ।
ਤੇ ਇੱਕ ਸਮਾਂ ਐਸਾ ਵੀ ਆਉਂਦਾ ਸਾਧ ਸੰਗਤ, ਇਸ ਧਰਤੀ ਦੇ ਸਾਰੇ ਸਿੱਕੇ, ਸਾਰੀ ਕਰੰਸੀ ਉਸ ਦੁਨੀਆ ਵਿੱਚ ਨਹੀਂ ਚੱਲਦੀ ਜਿੱਥੇ ਬੰਦਾ ਮੌਤ ਤੋਂ ਬਾਅਦ ਚਲਾ ਜਾਂਦਾ ਹੈ। ਪਰ ਨਾਮ ਇਸ ਤਰ੍ਹਾਂ ਦਾ ਸਿੱਕਾ ਹੈ ਜਿਹੜਾ ਇੱਥੇ ਵੀ ਚੱਲਦਾ ਹੈ ਤੇ ਜਿਹੜਾ ਸਰੀਰ ਦੇ ਬਾਅਦ ਵੀ ਚੱਲਦਾ ਹੈ, ਦੋਵਾਂ ਥਾਵਾਂ ਤੇ ਚੱਲਦਾ ਹੈ। ਆਹ ਜਿਹੜਾ ਸਿਧਾਂਤ ਦਿੱਤਾ ਹੈ ਨਾ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ, ਜਦੋਂ ਜਾਣ ਲੱਗੇ ਤੇ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਬਾਅਦ ਵਿੱਚ ਕਿਵੇਂ ਕਰੀਏ, ਤੁਸੀਂ ਤੇ ਸਮਰੱਥ ਹੋ, ਤੁਸੀਂ ਤੇ ਰੱਬ ਹੋ ਖੁਦ, ਤੁਹਾਡੇ ਵਾਸਤੇ ਅਸੀਂ ਕੀ ਅਰਦਾਸ ਕਰੀਏ ਵੀ ਇਹਨਾਂ ਨੂੰ ਉੱਥੇ ਥਾਂ ਦੇਣੀ। ਕਹਿਣ ਲੱਗੇ ਇਹ ਤਾਂ ਠੀਕ ਹੈ, ਪਰ ਤੁਸੀਂ ਆਹ ਕੰਮ ਕਰਿਆ ਜੇ, ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ, ਗੋਪਾਲ ਕੇਸ਼ੋ ਪੰਡਤ ਸੱਦਿਓ, ਹਰ ਹਰ ਕਥਾ ਪੜ੍ਹੈ ਪੁਰਾਣ ਜੀਓ। ਜ਼ਰੂਰ ਕਿਸੇ ਨੇ ਪੁੱਛਿਆ ਹੋਵੇਗਾ, ਮਹਾਰਾਜ ਜਿਹੜਾ ਬੰਦਾ ਅੱਗੇ ਚਲਾ ਗਿਆ, ਕੀਰਤਨ ਇੱਥੇ ਹੋਇਆ ਉਹਨੂੰ ਕੀ ਫਾਇਦਾ, ਕਥਾ ਇੱਥੇ ਹੋਈ ਉਹਨੂੰ ਕੀ ਲਾਭ, ਬਾਣੀ ਇੱਥੇ ਪੜ੍ਹੇਗੀ, ਅਖੰਡ ਪਾਠ ਸਾਹਿਬ ਇੱਥੇ ਕਰਾਇਆ ਉਹਨੂੰ ਕੀ ਲਾਭ। ਤੇ ਉਹਦਾ ਜਵਾਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਵਿੱਚ ਕਿ ਸ਼ਬਦ ਅਖੁੱਟ, ਸ਼ਬਦ ਜਿਹੜਾ ਖੋਟਾ ਨਹੀਂ ਹੁੰਦਾ, ਇੱਥੇ ਪੜ੍ਹੋ ਉੱਥੇ ਜਾ ਸਕਦਾ। ਹਾਂ, ਉਹ ਸਰੀਰ ਕਿੰਨਾ ਜੁੜ ਕੇ ਪੜ੍ਹ ਰਹੇ ਨੇ, ਉਹ ਕੋਈ ਫਾਰਮੈਲਿਟੀ ਸਮਾਗਮ ਨਾ ਹੋਣ ਬਈ ਮੂੰਹ ਦਿਖਾਣਾ ਜੀ ਚਲੋ ਜਾ ਕੇ ਆਈਏ। ਇਹ ਗੱਲ ਜ਼ਰੂਰ ਹੈ, ਜਾ ਸਕਦਾ ਉੱਥੇ, ਇੱਥੇ ਪੜ੍ਹਿਆ ਹੋਇਆ ਸ਼ਬਦ ਉੱਥੇ ਜਾਂਦਾ। ਬੜੇ ਲੋਕ ਕਹਿੰਦੇ ਨੇ ਜੀ ਹੁਣ ਕੀ ਇਹ ਕਰਮ ਕਾਂਡ ਕਹਿਣ ਲੱਗ ਪਏ ਇਸ ਨੂੰ, ਕਈ ਲੋਕ ਕਹਿੰਦੇ ਬਾਅਦ ਵਿੱਚ ਥੋੜ੍ਹੀ ਜਾਂਦਾ, ਇੱਥੇ ਪਾਠ ਕਰੋ, ਪਾਠ ਦੀ ਕੀ ਲੋੜ ਹੈ, ਛੱਡੋ ਪਰੇ। ਸਤਿਗੁਰੂ ਨੇ ਕਿਹਾ ਵੀ ਜਾਂਦਾ ਹੈ, ਬਸ ਇਹੀ ਤੇ ਚੀਜ਼ ਜਾਂਦੀ ਹੈ, ਹੋਰ ਚੀਜ਼ਾਂ ਨਹੀਂ ਜਾਂਦੀਆਂ ਉੱਥੇ। ਕੋਈ ਸੰਸਾਰ ਦੀਆਂ ਸਥੂਲ ਚੀਜ਼ਾਂ ਤੇ ਉਹ ਉੱਥੇ ਨਹੀਂ ਜਾਂਦੀਆਂ, ਕਿਉਂਕਿ ਉਹ ਸੂਖਸ਼ਮ ਦੁਨੀਆ ਉੱਥੇ ਪਹੁੰਚਦੀ ਹੀ ਨਹੀਂ, ਉੱਥੇ ਨਹੀਂ ਜਾ ਸਕਦੀਆਂ। ਤੇ ਜੇ ਸਾਧ ਸੰਗਤ ਬਹਾਨੇ ਨਾਲ ਜੇ ਕੋਈ ਬੰਦਾ ਕਿਤੇ ਦਾਨ ਪੁੰਨ ਕਰ ਲੈਂਦਾ ਤੇ ਪਾਪ ਨਹੀਂ, ਉਹਦੇ ਪਿੱਛੇ ਨਹੀਂ ਚੜ੍ਹਨਾ ਚਾਹੀਦਾ ਕਥਾ ਦੀ ਡਾਂਗ ਲੈ ਕੇ। ਆਪਾਂ ਲੱਗ ਪੈਂਦੇ ਹਾਂ। ਮੈਂ ਬਹੁਤੀਆਂ ਕਥਾ ਸੁਣੀਆਂ ਨੇ ਭੋਗਾਂ ਤੇ ਇਹ ਹੁੰਦੀਆਂ ਨੇ ਜੀ, ਮੰਜੀ ਬਿਸਤਰਾ ਕਿਉਂ ਦਿੰਦੇ ਹੋ ਤੁਸੀਂ, ਇਹ ਮਨਮਤ ਹੈ। ਚਲੋ ਮੰਜੀ ਬਿਸਤਰਾ ਅਗਲੇ ਨੂੰ ਤੇ ਨਹੀਂ ਮਿਲਦਾ, ਪਰ ਜਿੱਥੇ ਤੁਸੀਂ ਦਿੱਤਾ ਹੈ ਜੇ ਉੱਥੇ ਕੋਈ 2-4 ਵਸਤੂਆਂ ਦੇ ਦਿਓ ਤੇ ਉਸ ਗੁਰਦੁਆਰੇ ਵਿੱਚ ਕਿਸੇ ਦੇ ਕੰਮ ਆ ਜਾਣਗੀਆਂ, ਕੋਈ ਉੱਥੇ ਆਰਾਮ ਕਰ ਲਏਗਾ। ਇਸੇ ਬਹਾਨੇ ਨਾਲ ਉੱਥੇ ਕੁਝ ਨਾ ਕੁਝ ਕੋਈ ਪ੍ਰਬੰਧ ਹੋ ਜਾਏਗਾ ਕਿਸੇ ਦਾ। ਤਾਂ ਇੱਕ ਗੱਲ ਪੱਕੀ, ਉਹ ਚੀਜ਼ ਤਾਂ ਉੱਥੇ ਨਹੀਂ ਗਈ, ਪਰ ਜਦੋਂ ਕੋਈ ਪਿਆਰ ਨਾਲ ਵਰਤੇਗਾ ਨਾ, ਰਾਤ ਰਹੇਗਾ ਤੇ ਸਵੇਰੇ ਉੱਠ ਕੇ ਪੜ੍ਹੇਗਾ ਬਾਣੀ ਤੇ ਉਹਦੇ ਮਨ ਵਿੱਚੋਂ ਅਰਦਾਸ ਨਿਕਲੇਗੀ, ਅਸੀਸ ਨਿਕਲੇਗੀ ਵੀ ਕਿੰਨਾ ਸੋਹਣਾ ਰਹਿਣ ਲਈ ਪ੍ਰਬੰਧ ਕੀਤਾ ਇੱਥੇ, ਉਹ ਅਸੀਸ ਅੱਗੇ ਚਲੀ ਜਾਏਗੀ, ਉਹ ਕੰਮ ਦੇਗੀ। ਅਸੀਂ ਇਹਨਾਂ ਚੀਜ਼ਾਂ ਨੂੰ ਸਮਝੇ ਨਹੀਂ। ਅਸੀਂ ਧਰਮ ਨੂੰ ਕੁੱਕੜਾਂ ਦੀ ਲੜਾਈ ਬਣਾ ਦਿੱਤਾ ਵੀ ਚਿੰਝ ਕਿਵੇਂ ਮਾਰਨੀ ਇੱਕ ਦੂਜੇ ਨੂੰ, ਤੇ ਸੁਣਨ ਵਾਲੇ ਵੀ ਉਸ ਤਰ੍ਹਾਂ ਦੇ ਨੇ। ਉਹ ਕਹਿੰਦੇ ਜੀ ਸਵਾਦ ਆ ਗਿਆ ਜੀ, ਬੜੀ ਬੇਇੱਜ਼ਤੀ ਕੀਤੀ ਦੂਜਿਆਂ ਦੀ। ਇੱਥੇ ਹੀ ਗੱਲ ਖੜੀ ਹੋ ਗਈ। ਜੋ ਕੁਝ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਸੀ ਉਹ ਤੇ ਅਸੀਂ ਸਾਰਾ ਕਰ ਦਿੱਤਾ ਪਾਸੇ। ਅਸੀਂ ਆਪਣੇ ਮਨ ਦੇ ਕ੍ਰੋਧ ਇੱਕ ਦੂਜੇ ਨਾਲ ਕੱਢਣ ਲੱਗ ਪਏ। ਇਸ ਕਰਕੇ ਸੱਚ ਨੂੰ ਸਮਝੀਏ, ਮਨ ਦੇ ਰਸਾਂ ਪਿੱਛੇ ਨਾ ਪਈਏ। ਮਨ ਕੀ ਸੁਣਨਾ ਚਾਹੁੰਦਾ, ਮਨ ਤੇ ਅੱਜ ਕੱਲ੍ਹ ਹੈ ਹੀ। ਅੱਜ ਕੱਲ੍ਹ ਦੇ ਬੁਲਾਰਿਆਂ ਨੂੰ ਵੀ ਪਤਾ ਹੈ ਵੀ ਸਰੋਤਿਆਂ ਦੇ ਵਿੱਚ ਆਮ ਹਾਲਤ ਕੀ, ਬਹਿਸ਼ ਵਿੱਚ ਨੇ ਮਨ, ਸਾਰੇ ਈਰਖਾ ਵਿੱਚ ਨੇ। ਤੇ ਜਿਵੇਂ ਦੇ ਸਾਡੇ ਮਨ ਨੇ ਉਵੇਂ ਦੀ ਸਾਨੂੰ ਕਥਾ ਚਾਹੀਦੀ, ਈਰਖਾ ਵਾਲੀ ਕਥਾ ਚਾਹੀਦੀ। ਅਸੀਂ ਫਿਰ ਕਹਿੰਦੇ ਹਾਂ ਵਧੀਆ, ਬਹੁਤ ਲੱਗੀ ਹੈ। ਇਸ ਕਰਕੇ ਇਹ ਜਿਹੜਾ ਸ਼ਬਦ ਦਾ ਖਜ਼ਾਨਾ ਹੈ, ਨਾਮ ਦਾ ਖਜ਼ਾਨਾ ਹੈ, ਕੋਈ ਬਾਅਦ ਵਿੱਚ ਕਰੇ। ਹਾਂ, ਇਹ ਨਾ ਹੋ ਜਾਏ ਕਿਤੇ ਇਹ ਖਿਆਲ ਰੱਖਣਾ ਵੀ ਜਿਹੜਾ ਬੰਦਾ ਗਿਆ ਉਹਨੂੰ ਇਹਦਾ ਇਹ ਨਾ ਲਾਭ ਲੈ ਲੈਣਾ ਵੀ ਬਾਅਦ ਵਿੱਚ ਚਲੇ ਜਾਂਦਾ, ਪਹਿਲਾਂ ਕੋਈ ਪਰਵਾਹ ਨਹੀਂ, ਨਾ ਕਰੋ। ਇਹ ਨਹੀਂ, ਇਸ ਤਰ੍ਹਾਂ ਨਹੀਂ ਹੋ ਸਕਦਾ। ਅੱਗੇ ਕੋਈ ਥਾਂ ਤੇ ਹੋਵੇ, ਕਿਸੇ ਥਾਂ ਤੇ ਪਹੁੰਚਣਾ ਕਿੱਥੇ ਵੇ, ਜਿਹਨੂੰ ਭੇਜਣਾ ਹੈ ਉਹਨੇ ਤਾਂ ਕਿਤੇ ਕਦੀ ਨਾ ਕਦੀ ਬਾਣੀ ਪੜ੍ਹੀ ਹੋਵੇ ਨਾ, ਉਹਨੇ ਵੀ ਕਮਾਇਆ ਹੋਵੇ। ਇਹਦਾ ਇੱਕ ਨੁਕਸਾਨ ਹੋਇਆ, ਹੋ ਸਕਦਾ ਹੈ ਕਿ ਸਾਡੇ ਤੋਂ ਪਹਿਲਾਂ ਜਿਹੜੇ ਧਰਮ ਸਨ ਉਹਨਾਂ ਨੇ ਵੀ ਇਹ ਕਿਹਾ ਸੀ, ਸੱਚ ਸੀ,
ਕਿ ਬਾਅਦ ਵਿੱਚ ਰੱਬ ਦੀ ਯਾਦ ਵਿੱਚ ਕੋਈ ਉਹਦੀ ਯਾਦ ਵਿੱਚ ਬਵੇ ਤੇ ਜਾਏਗਾ। ਪਰ ਇਹਦਾ ਇੱਕ ਫਾਇਦਾ ਹੋ ਗਿਆ, ਬ੍ਰਾਹਮਣਾਂ ਨੇ ਇੱਕ ਸਹੂਲਤ ਬਣਾ ਦਿੱਤੀ। ਉਹਨਾਂ ਨੇ ਕਿਹਾ ਜੀ ਤੁਹਾਨੂੰ ਕੀ ਲੋੜ ਹੈ ਧਰਮ ਕਮਾਉਣ ਦੀ, ਤੁਸੀਂ ਕਰੋ ਐਸ਼ ਸਾਰੀ ਉਮਰ ਪੀਵੋ ਸ਼ਰਾਬ, ਸਾਰੀ ਉਮਰ ਵੱਧ ਫੈਲੀਆਂ ਕਰੋ ਤੇ ਬਾਅਦ ਵਿੱਚ ਅਸੀਂ ਪਾਠ ਕਰ ਦਿਆਂਗੇ, ਤੁਹਾਨੂੰ ਉੱਥੇ ਪਹੁੰਚ ਜਾਏਗਾ, ਕੋਈ ਚੱਕਰ ਨਹੀਂ, ਲੋੜ ਹੀ ਕੋਈ ਨਹੀਂ ਧਰਮ ਕਮਾਉਣ ਦੀ। ਇਹ ਨੁਕਸਾਨ ਹੋ ਗਿਆ, ਇਹ ਗਲਤ ਹੋ ਗਿਆ। ਸਤਿਗੁਰਾਂ ਨੇ ਕਿਹਾ ਨਹੀਂ, ਜਿਉਂਦੇ ਜੀ ਧਰਮ ਕਮਾ, ਤੂੰ ਧਰਮੀ ਹੋ। ਤੇ ਜਦੋਂ ਕੋਈ ਸਰੀਰ ਤਿਆਗ ਜਾਂਦਾ ਤੇ ਉਸ ਵੇਲੇ ਸੰਗਤ ਪਿੱਛੋਂ ਉਹਦੇ ਵਾਸਤੇ ਕੀਰਤਨ ਕਰੇ ਤੇ ਬਾਣੀ ਪੜ੍ਹੇ, ਰੱਬ ਦੇ ਘਰ ਵਿੱਚ ਉਹਦੀ ਆਵਾਜ਼ ਜਾਂਦੀ ਹੈ, ਉੱਥੇ ਉਹ ਪਹੁੰਚਦਾ। ਇਹ ਕੋਈ ਕਰਮਕਾਂਡ ਨਹੀਂ, ਸਿਧਾਂਤ ਹੈ ਗੁਰੂ ਸਾਹਿਬ ਦਾ ਦਿੱਤਾ ਹੋਇਆ। ਤਾਂ ਇਹ ਖਿਆਲ ਰੱਖਣਾ, ਜੇ ਠੀਕ ਢੰਗ ਨਾਲ ਕੀਤਾ ਫਿਰ ਇਹ ਠੀਕ ਹੈ। ਸੰਗੀ ਕੌਣ ਹੈ? ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ, ਮਨ ਉਹਾਂ ਨਾਮ ਤੇਰੇ ਸੰਗ ਸਹਾਈ, ਸਹਾਇਤਾ ਕਰੇਗਾ ਨਾਮ ਤੇਰੀ। ਜਹ ਮਹਾ ਭਿਆਨ ਦੂਤ ਜਮ ਦਲੈ, ਕਹਿਤਹਿ ਕੇਵਲ ਨਾਮ ਸੰਗ ਤੇਰਾ ਚਲੈ। ਜਹ ਮੁਸ਼ਕਲ ਹੋਵੈ ਅਤ ਭਾਰੀ, ਹਰ ਕੋ ਨਾਮ ਖਿਨ ਮਾਹੇ ਉਧਾਰੀ। ਉੱਥੇ ਬੜੀ ਮੁਸ਼ਕਲ ਕਿਉਂ? ਸਾਧਨ ਨਹੀਂ ਰਹੇ ਕੋਲ, ਕੀ ਕਰੀਏ? ਸਰੀਰ ਨਹੀਂ ਰਿਹਾ ਕੋਲ, ਐਸੇ ਲੋਕ ਆਪ ਵੀ ਦੁੱਖ ਹੀ ਉਹਨਾਂ ਕੋਲ ਹੁੰਦਾ ਹੈ, ਹੋਰ ਕੁਝ ਵੀ ਨਹੀਂ ਹੁੰਦਾ। ਫਿਰ ਆਪ ਵੀ ਦੁਖੀ, ਦੂਜਿਆਂ ਨੂੰ ਵੀ ਦੁਖੀ, ਇਹ ਦੁੱਖ ਹੀ ਹੁੰਦਾ, ਹੋਰ ਤੇ ਕੁਝ ਹੁੰਦਾ ਨਹੀਂ। ਹੁਣ ਕੀ ਕਰਨ? ਹੁਣ ਕੀ ਸਾਧਨ? ਭਲਾ ਤੇ ਕੀਤਾ ਨਹੀਂ ਸਾਰੀ ਉਮਰ, ਚੰਗਾ ਤੇ ਕੀਤਾ ਨਹੀਂ, ਫਿਰ ਕੀ ਹੋਵੇ? ਇਸ ਕਰਕੇ ਹਜ਼ੂਰ ਨੇ ਸਮਝਾਇਆ ਜਿਉਂਦੇ ਜੀ ਬੰਦੇ ਨੂੰ। ਸਤਿਗੁਰੂ ਨੇ ਥਾਂ ਥਾਂ ਤੇ ਸਮਝਾਇਆ ਹੈ ਕਿ ਹੁਣ ਤੂੰ ਦੇਹ ਵਿੱਚ ਹੈ, ਹੁਣ ਤੂੰ ਠੀਕ ਕਰ, ਹੁਣ ਤੂੰ ਚੰਗਾ ਕਰ, ਤਾਂ ਕਿ ਤੇਰਾ ਉਹ ਸੰਗੀ ਬਣ ਜਾਏ। ਜੋ ਚੰਗਿਆਈ ਤੂੰ ਕਰੇ, ਜੋ ਭਲਾ ਕਰੇ, ਉਹ ਤੇਰੇ ਨਾਲ ਖੜਾ ਹੋ ਜਾਏਗਾ, ਉਹ ਤੇਰਾ ਸਹਾਇਕ ਬਣੇਗਾ। ਇਸ ਲਈ ਕਹਿੰਦੇ, ਜਹ ਮੁਸ਼ਕਲ ਹੋਵੈ ਅਤ ਭਾਰੀ, ਹਰ ਕੋ ਨਾਮ ਖਿਨ ਮਾਹੇ ਉਧਾਰੀ। ਅਨਿਕ ਪੁਨਹ ਚਰਨ ਕਰਤ ਨਹੀਂ ਤਰੈ। ਪੁਨਹ ਚਰਨ, ਪੁੰਨ ਦੇ ਕੰਮ, ਇੱਥੇ ਖਿਆਲ ਕਰਨਾ। ਪੁਨਹ ਚਰਨ ਬੜੇ ਪੁੰਨ ਨੇ, ਜਿਹੜੇ ਮੈਂ ਹੁਣੇ ਜ਼ਿਕਰ ਕਰ ਰਿਹਾ ਸਾਂ। ਲੰਗਰ ਲਾਉਣਾ, ਰਸਤ ਦੇਣੀ, ਹੋਰ ਬੜਾ ਕੁਝ, ਇਹ ਪੁਨਹ ਚਰਨ ਨੇ। ਸ਼ਰਾਧ ਕਰਾਉਣੇ, ਆਹ ਕਰਾਉਣਾ, ਉਹ ਕਰਾਉਣਾ। ਇਹ ਕਹਿੰਦੇ ਜੇ ਨਾਮ ਨਹੀਂ ਤੇ ਇਹਨਾਂ ਨੇ ਕੰਮ ਨਹੀਂ ਦੇਣਾ। ਹਰ ਕੋ ਨਾਮ ਕੋਟ ਪਾਪ ਪਰ ਹਰੈ। ਇਸ ਕਰਕੇ ਅਖੀਰ ਤੇ ਕਹਿੰਦੇ, ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੁਖ ਕਨੇਰੇ। ਹੇ ਮੇਰੇ ਮਨ, ਹੁਣ ਤੇਰੇ ਕੋਲ ਦੇਹ ਹੈ, ਹੁਣ ਤੇਰੇ ਕੋਲ ਆਵਾਜ਼ ਹੈ, ਹੁਣ ਤੇਰੇ ਕੋਲ ਰਸਨਾ ਹੈ, ਤੂੰ ਇਸ ਦੇਹ ਦੀ ਰਸਨਾ ਦੀ ਵਰਤੋਂ ਕਿਉਂ ਨਹੀਂ ਕਰਦਾ? ਮੈਂ ਇੱਕ ਕਿਤਾਬ ਵਿੱਚ ਪੜ੍ਹਿਆ ਹੈ, ਦੋ ਪਤੀ ਪਤਨੀ ਸਨ, ਪੱਛਮ ਵਿੱਚ ਹੋਏ ਨੇ, ਸਾਧਕ ਸਨ ਨਾਮ ਦੇ। ਇਹ ਮੈਂ ਸਿੱਖ ਇਤਿਹਾਸ ਤੋਂ ਤੇ ਗੁਰਬਾਣੀ ਤੋਂ ਬਾਹਰ ਦਾ ਹਵਾਲਾ ਤੁਹਾਨੂੰ ਦੇ ਰਿਹਾ। ਬੜੇ ਧਾਰਮਿਕ ਉਹਨਾਂ ਨੇ ਕਿਹਾ ਵੀ ਇੱਕ ਕੰਮ ਕਰੀਏ। ਸਾਧਕ ਬੜੇ ਸਨ, ਜਿਹੜਾ ਸਾਡੇ ਤੋਂ ਪਹਿਲਾਂ ਚਲਾ ਗਿਆ ਨਾ, ਉੱਧਰੋਂ ਕੋਈ ਨਾ ਕੋਈ ਸੰਦੇਸ਼ ਭੇਜੇ ਦੂਸਰੇ ਨੂੰ ਵੀ ਉੱਥੇ ਕੀ ਚੱਲਦਾ ਹੈ, ਕਿਸੇ ਨੂੰ ਪਤਾ ਹੀ ਨਹੀਂ ਉੱਥੇ ਕੀ ਚੱਲਦਾ ਹੈ। ਸਬੱਬ ਨਾਲ ਪਤਨੀ ਚੜ੍ਹਾਈ ਕਰ ਗਈ, ਉਹ ਵਿਚਾਰਾ ਉਡੀਕਦਾ ਰਿਹਾ ਵੀ ਹੁਣ ਇਹ ਸੰਪਰਕ ਕਰਨਾ ਸੌਖਾ। ਭਾਸ਼ਾਵਾਂ ਵੱਖਰੀਆਂ ਨੇ, ਸਿਸਟਮ ਵੱਖਰੇ ਨੇ। ਉਹ 3 ਮਹੀਨਿਆਂ ਬਾਅਦ ਉਹਨੂੰ ਸੰਪਰਕ ਵਿੱਚ ਕਿਸੇ ਭਾਸ਼ਾ ਵਿੱਚ ਉਹਨੇ ਗੱਲ ਕੀਤੀ ਤੇ ਉਹਨੇ ਕਿਹਾ ਵੀ ਤੇਰੇ ਨਾਲ ਗੱਲ ਕਰਨ ਲਈ ਬਹੁਤਾ ਮੇਰੇ ਕੋਲ ਸਮਾਂ ਨਹੀਂ, ਮੈਂ 1 ਮਿੰਟ ਗੱਲ ਕਰਨ ਲਈ 3 ਮਹੀਨੇ ਪਹਿਲਾਂ ਸਿੱਖਣਾ ਪਿਆ ਮੈਨੂੰ ਕਿਵੇਂ ਗੱਲ ਕਰਨੀ, ਉੱਧਰੋਂ ਸਿੱਖਣਾ ਪਿਆ ਤੇਰੇ ਨਾਲ ਕਿਵੇਂ ਗੱਲ ਕਰਨੀ।
ਉਹਨੇ ਕਿਹਾ ਉਧਰ ਦੀ ਕੋਈ ਖਾਸ ਕਹਿੰਦੇ ਸਮਾਂ ਬਹੁਤਾ ਹੈ ਨਹੀਂ, ਇੰਨੀ ਕੁ ਗੱਲ ਕਰਨ ਲਈ ਮੈਨੂੰ ਇੱਕ ਵਿਸ਼ੇਸ਼ ਭਾਸ਼ਾ ਸਿੱਖਣੀ ਪਈ ਉੱਥੇ, ਤਾਂ ਮੈਂ ਤੇਰੇ ਨਾਲ ਸੰਪਰਕ ਕਰ ਸਕਾਂ। ਸੰਪਰਕ ਹੀ ਨਹੀਂ ਹੁੰਦਾ। ਕੀ ਹੈ ਉਧਰ? ਉਹ ਕਹਿਣ ਲੱਗੇ ਵੀ ਇੱਕੋ ਕੰਮ ਕਰੀ, ਵੀ ਅੱਜ ਤੋਂ ਬਾਅਦ 1 ਮਿੰਟ ਨਹੀਂ ਖਾਲੀ ਜਾਣਾ ਚਾਹੀਦਾ ਨਾਮ ਤੋਂ ਬਿਨਾਂ, ਕਿਉਂਕਿ ਇੱਥੇ ਆਉਣ ਤੋਂ ਬਾਅਦ ਬਸ ਮੈਨੂੰ ਹੋਰ ਕੋਈ ਪਛਤਾਵਾ ਨਹੀਂ ਹੁੰਦਾ। ਪਛਤਾਵਾ ਇਹ ਹੋਇਆ ਵੀ ਜਿਹੜਾ ਮੈਂ ਸਮਾਂ ਨਾਮ ਤੋਂ ਬਿਨਾਂ ਖਾਲੀ ਲੰਘਾ ਦਿੱਤਾ, ਉਹ ਹੀ ਦੁੱਖ ਦੇ ਰਿਹਾ, ਹੋਰ ਇੱਥੇ ਸਾਰੇ ਸੁੱਖ ਨੇ। ਉਹਦਾ ਇਹ ਸੰਦੇਸ਼। ਹੁਣ ਕਹਾਣੀ ਇਹ ਵੀ ਸਾਧ ਸੰਗਤ, ਬੰਦੇ ਦਾ ਮਨ ਇਹਨਾਂ ਚੀਜ਼ਾਂ ਤੇ ਬਹੁਤ ਪ੍ਰਭਾਵਿਤ ਹੁੰਦਾ, ਵੀ ਕੋਈ ਗਿਆ ਤੇ ਉਹਨੇ ਦੱਸਿਆ। ਇਹ ਗੱਲਾਂ 1430 ਅੰਗਾਂ ਵਿੱਚ ਗੁਰੂ ਸਾਹਿਬ ਨੇ ਲਿਖੀਆਂ ਹੋਈਆਂ ਨੇ। ਇਹਨਾਂ ਦੇ ਉੱਤੇ ਅਮਰਨਾ ਗੁਰੂ ਸਾਹਿਬ ਨੇ ਕਿਹਾ, ਜਿਨ੍ਹਾਂ ਨੇ ਜਪਿਆ ਉਹਨਾਂ ਦੇ ਖਜ਼ਾਨੇ ਇਕੱਠੇ ਹੋ ਗਏ, ਉਹ ਬਾਦਸ਼ਾਹ ਬਣ ਗਿਆ ਉਸ ਦੁਨੀਆ ਵਿੱਚ, ਉਹਨਾਂ ਨੂੰ ਥਾਂ ਮਿਲੀ, ਘਰ ਮਿਲਿਆ, ਰਾਹ ਮਿਲਿਆ। ਤਾਂ ਇਹਨੂੰ ਕੋਈ ਅੰਧ ਵਿਸ਼ਵਾਸ ਨਾ ਸਮਝਣਾ। ਜੇ ਅੰਧ ਵਿਸ਼ਵਾਸ ਲੱਗੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਪੜ੍ਹ ਲੈਣਾ। ਜੇ ਇੱਕ ਵੀ ਸ਼ਬਦ ਪਾਸਿਓਂ ਹੋਏ ਤੇ ਫਿਰ ਕਹਿ ਦੇਣਾ ਜੋ ਕੁਝ ਕਿਹਾ ਗਿਆ ਹੈ। ਸਾਰੇ ਹਵਾਲੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਿੱਤੇ ਗਏ ਨੇ ਕਿ ਇਹ ਨਾਮ ਦਾ ਖਜ਼ਾਨਾ ਬੰਦੇ ਦਾ ਸਹਾਇਕ ਹੈ। ਇਸ ਕਰਕੇ ਸਾਹਿਬ ਕਹਿੰਦੇ, ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੂਖ ਕਨੇਰੇ। ਸ਼ਲੋਕਾਂ ਦੇ ਅਖਰੀ ਅਰਥ ਕਰਨ ਦਾ ਯਤਨ ਕਰਾਂ। ਹਜ਼ੂਰ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਪ੍ਰਾਨੀ ਰਾਮ ਨਾ ਚੇਤਾਈ, ਮਦ ਮਾਇਆ ਕੈ ਅੰਧ। ਇਹ ਮਨੁੱਖ ਰਾਮ ਨੂੰ ਚੇਤੇ ਨਹੀਂ, ਪਰਮਾਤਮਾ ਨੂੰ ਚੇਤੇ ਨਹੀਂ ਕਰਦਾ। ਕਿਉਂ ਨਹੀਂ ਕਰਦਾ? ਕਹਿੰਦੇ ਨਸ਼ੇ ਵਿੱਚ। ਮਦ ਦਾ ਅਰਥ ਹੈ ਨਸ਼ਾ। ਕਿਹੜੇ ਨਸ਼ੇ ਵਿੱਚ? ਅਫੀਮ ਦਾ, ਸ਼ਰਾਬ ਦਾ? ਕਹਿੰਦੇ ਨਹੀਂ, ਮਾਇਆ ਦਾ। ਮਾਇਆ ਦੇ ਨਸ਼ੇ ਕਰਕੇ ਯਾਦ ਨਹੀਂ ਕਰਦਾ ਔਰ ਅੰਧ ਹੋ ਗਿਆ। ਅੰਧ ਦਾ ਅਰਥ ਇਹਨੂੰ ਹੁਣ ਨਜ਼ਰ ਕੁਝ ਨਹੀਂ ਆਉਂਦਾ, ਦਿਸਦਾ ਹੀ ਕੁਝ ਨਹੀਂ ਪਿਆ। ਐਸਾ ਨਸ਼ਾ ਚੜਿਆ, ਵਿਚਾਰ ਹੀ ਨਹੀਂ ਕੰਮ ਕਰਦੀ, ਮਨ ਪਲਟ ਗਿਆ। ਜਿਹਨੂੰ ਬਾਬਾ ਫਰੀਦ ਸਾਹਿਬ ਕਹਿੰਦੇ, ਫਰੀਦਾ ਕੂਕੇਂਦਿਆਂ ਚਾਂਗੇਂਦਿਆਂ ਮੱਤੀ ਦੇਂਦਿਆਂ ਨਿਤ, ਜੋ ਸ਼ੈਤਾਨ ਵੰਝਾਇਆ ਸੇਕਿਤ ਫੇਰਹਿ ਚਿੱਤ। ਕਹਿੰਦੇ ਜੋ ਮਰਜ਼ੀ ਸੁਣਾ ਲਓ, ਸਾਕਤ ਤੇ ਕੋਈ ਗੱਲ ਅਸਰ ਨਹੀਂ ਕਰਦੀ, ਕੋਈ ਉਹਨੂੰ ਪਤਾ ਨਹੀਂ, ਸੁਣਦੇ ਹੀ ਨਹੀਂ ਬਿਲਕੁਲ। ਇਹਨਾਂ ਅੰਦਰ ਪੱਥਰ ਕਿਉਂ ਨਹੀਂ? ਨਾ ਕੰਨ ਬਚੇ ਨੇ, ਨਾ ਅੱਖਾਂ ਬਚੀਆਂ। ਮਾਇਆ ਨੇ ਬੋਲਾ ਵੀ ਕਰ ਦਿੱਤਾ, ਮਾਇਆ ਨੇ ਅੰਨਾ ਵੀ ਕਰ ਦਿੱਤਾ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਮਦ ਦੇ ਵਿੱਚ ਅੰਨਾ ਹੋ ਗਿਆ, ਅੰਧ ਹੋ ਗਿਆ। ਕਹੋ ਨਾਨਕ ਹਰ ਭਜਨ ਬਿਨ, ਪਰਤ ਤਾਹੇ ਜਮ ਫੰਧ। ਇਸ ਤਰ੍ਹਾਂ ਵਾਹਿਗੁਰੂ ਦੀ ਬੰਦਗੀ ਤੋਂ ਬਿਨਾਂ ਉਸ ਮਨੁੱਖ ਨੂੰ ਜਮ ਦੀ ਫੰਦ ਦਾ ਅਰਥ ਰੱਸੀ ਪੈ ਜਾਂਦੀ ਹੈ, ਜਮਾਂ ਦੇ ਕਾਬੂ ਆ ਜਾਂਦਾ। ਸੁਖ ਮਹਿ ਬਹੁ ਸੰਗੀ ਭਏ, ਦੁਖ ਮੈਂ ਸੰਗ ਨਾ ਕੋਏ। ਜਿੰਨਾ ਚਿਰ ਸਾਧਨ ਨੇ, ਸਾਰੇ ਸੰਗੀ ਨੇ, ਜਦੋਂ ਉਹ ਦੁੱਖ ਵਾਪਰਿਆ ਉੱਥੇ ਕਿਸੇ ਦਾ ਹੱਥ ਨਹੀਂ ਪਹੁੰਚਦਾ। ਦੁੱਖ ਮੈਂ ਸੰਗ ਨਾ ਕੋਏ, ਫਿਰ ਕੀ ਕਰਨਾ ਚਾਹੀਦਾ? ਉੱਥੇ ਕੋਈ ਸੰਗੀ ਹੋ ਸਕਦਾ? ਸਾਹਿਬ ਕਹਿੰਦੇ, ਕਹੋ ਨਾਨਕ ਹਰ ਭਜ ਮਨਾ, ਅੰਤ ਸਹਾਈ ਹੋਏ। ਹੇ ਮੇਰੇ ਮਨ, ਤੂੰ ਵਾਹਿਗੁਰੂ ਦਾ ਸਿਮਰਨ ਕਰ, ਉਹ ਹੀ ਤੇਰਾ ਅਖੀਰਲੇ ਵੇਲੇ ਸਹਾਈ ਹੋ ਸਕਦਾ, ਤੇਰਾ ਅੰਗ ਸੰਗੀ ਹੋ ਸਕਦਾ, ਤੇਰੀ ਸਹਾਇਤਾ ਕਰ ਸਕਦਾ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਬਖਸ਼ਿਸ਼ ਕਰਨ, ਇਹ ਸੱਚ ਦੇ ਉਪਦੇਸ਼ ਸਾਡੇ ਜੀਵਨ ਵਿੱਚ ਵਸ ਜਾਣ। ਇੰਨੀਆਂ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ। ਸੋ ਗੁਰੂ ਸਾਹਿਬ ਬਖਸ਼ਿਸ਼ ਕਰਨ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।